ਸਾਰੀ ਸੰਗਤ ਨੂੰ ਗੁਰੂ ਨਾਨਕ ਦੀ ਇਸ ਫੁਲਵਾੜੀ ਵਿੱਚ ਜੀ ਆਇਆਂ ਨੂੰ ਜੀ। ਤੇ ਗੁਰੂ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਜੀ ਅੱਜ ਮੰਗਲਵਾਰ ਹੈ ਤੇ ਅੱਜ ਸਾਡੀ ਜਿਹੜੀ ਸੀਰੀਜ਼ ਚੱਲ ਰਹੀ ਹੈ 12 ਮਾਹ ਦੀ, ਤੇ ਜੋ ਗਰੁੱਪ ਕਰਾ ਰਹੇ ਨੇ ਸਾਨੂੰ ਉਹਦੇ ਥਰੂ ਕਰਾ ਰਹੇ ਨੇ, ਲੈ ਕੇ ਚੱਲ ਰਹੇ ਨੇ ਬੀਬੀ ਮਨਦੀਪ ਕੌਰ ਜੀ ਫਰੋਮ ਦੁਬਈ। ਤੇ ਅੱਜ ਦਾ ਜੀ ਸਾਡਾ ਟੌਪਿਕ ਹੈਗਾ ਮਨ ਰਹੱਸੀ ਪ੍ਰੇਮ ਸੁਭਾਇਆ। ਤੇ ਇਹ ਜੀ ਅੱਜ ਦਾ 12 ਮਾਹ ਦਾ ਸਾਡਾ ਟੌਪਿਕ ਹੈ। ਐਨੀ ਫਰਦਰ ਟਾਈਮ ਟੂ ਯੂ, ਸਾਨੂੰ ਵਾਕ ਥਰੂ ਕਰੋ, ਸਾਨੂੰ ਲੈ ਕੇ ਚੱਲੋ 12 ਮਾਹ ਦੇ ਇਸ ਟੌਪਿਕ ਦੇ ਥਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਮਨ ਰਹਸੀ ਪ੍ਰੇਮ ਸੁਭਾਇਆ, ਅਨ ਦਿਨ ਰਹੱਸ ਭਇਆ ਆਪ ਗਵਾਇਆ। ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰ ਆਓ। ਬਹੁਤੇ ਵੇਸ ਕਰੀ ਫਿਰ ਬਾਝੋਂ, ਮਹਿਲੀ ਲਹਾ ਨ ਥਾਓ। ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸ਼ਿੰਗਾਰੀ। ਨਾਨਕ ਮੇਲ ਲਈ ਗੁਰ ਆਪਣੇ, ਘਰ ਵਰ ਪਾਇਆ ਨਾਰੀ। ਫਲ ਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦਿਆ ਮਿਲਾਏ। ਜਿਹਵਾ ਏਕ ਅਨੇਕ ਗੁਣ, ਜਿਹਵਾ ਏਕ ਅਨੇਕ ਗੁਣ, ਤਰ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਾਲਾਹੀਐ, ਜਿਸਨੋ ਤਿਲ ਨ ਤਮਾਏ। ਜਿਵੇਂ ਕਿ ਆਪਾਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਕੀ ਤਰੀਕ ਹੈ ਆਪਣੀ ਜਿਹੜੀ ਵਿਚਾਰ 12 ਮਾਹ ਦੀ ਵਿਚਾਰ ਚੱਲ ਰਹੀ ਹੈ, ਇਸ ਵਿਚਾਰ ਦੇ ਵਿੱਚ ਤੁਖਾਰੀ ਰਾਗ ਨੂੰ ਆਪਾਂ ਹਮੇਸ਼ਾ ਆਧਾਰ ਬਣਾ ਕੇ ਪਹਿਲੋਂ ਸ਼ਬਦ ਪੜ੍ਹਦੇ ਹਾਂ। ਤੁਖਾਰੀ ਰਾਗ ਦੇ ਟੋਟਲ 17 ਬੰਦ ਨੇ। ਉਹਨਾਂ 17 ਬੰਦਾਂ ਦੇ ਵਿੱਚੋਂ ਅੱਜ ਆਪਾਂ 16ਵਾਂ ਬੰਦ, ਜਿਵੇਂ ਕਿ ਦੇਸੀ ਮਹੀਨਿਆਂ ਦੇ ਵਿੱਚ ਆਖਰੀ ਮਹੀਨਾ, ਜਿਹਨੂੰ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਆਪਾਂ ਫੱਗਣ ਆਖਦੇ ਹਾਂ, ਔਰ ਦੋਨਾਂ 12 ਮਾਹ ਦੇ ਵਿੱਚ ਇਹਨੂੰ ਫਲਗੁਣ ਤੇ ਫਲ ਗੁਣ, ਤੇ ਜਿਹੜਾ ਰੁੱਤੀ ਸ਼ਲੋਕ ਆ ਉਹਦੇ ਵਿੱਚ ਇਹਦਾ ਨਾਮ ਫੱਗਣ ਕਰਕੇ ਲਿਖਿਆ ਹੋਇਆ। ਅੱਜ ਇਸ ਆਖਰੀ ਮਹੀਨੇ ਦੀ ਵਿਚਾਰ ਕਰਦੇ ਹਾਂ, ਆਪਾਂ ਇਹ ਗੱਲ ਵਿਚਾਰਾਂਗੇ, ਇਹ ਗੱਲ ਸਾਂਝੀ ਕਰਾਂਗੇ ਕਿ ਜਿੰਨੇ ਮਹੀਨਿਆਂ ਦੀ ਵਿਚਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਤੀ ਆ, ਜੋ ਸਤਿਗੁਰ ਸਾਹਿਬ ਜੀ ਨੇ ਸੋਝੀ ਬਖਸ਼ਿਸ਼ ਕੀਤੀ ਆ, ਉਹਦੇ ਅਨੁਸਾਰ ਆਪਾਂ ਇਹਨਾਂ 12 ਮਹੀਨਿਆਂ ਦੇ ਵਿੱਚ ਇਹ ਗੱਲ ਸਮਝੀ ਸੀ ਕਿ ਅਸੀਂ ਕਿਵੇਂ ਅਕਾਲ ਪੁਰਖ ਦੇ ਨਾਲੋਂ, ਪਰਮਾਤਮਾ ਦੇ ਨਾਲੋਂ ਟੁੱਟੇ ਹੋਏ, ਭਾਵ ਗੁਣਾਂ ਦੇ ਨਾਲੋਂ ਕਿਵੇਂ ਆਪਾਂ, ਸੱਚ ਦੇ ਨਾਲੋਂ ਕਿਵੇਂ ਆਪਾਂ ਟੁੱਟੇ ਹੋਏ, ਤੇ ਅਸੀਂ ਆਪਣੇ ਜੀਵਨ ਦੇ ਵਿੱਚ ਸਚਿਆਰਾਪਨ ਕਿਵੇਂ ਲੈ ਕੇ ਆਉਣਾ ਹੈ। ਇਹ ਆਪਾਂ ਇਹਨਾਂ ਮਹੀਨਿਆਂ ਦੇ ਵਿੱਚ ਇਸ ਗੱਲ ਨੂੰ ਸਮਝਿਆ। ਸਤਿਗੁਰ ਸਾਹਿਬ ਜੀ ਨੇ ਇਹ ਗੱਲ ਸਮਝਾਈ ਸੀ ਕਿ ਵਿਛੋੜੇ ਤੋਂ ਗੱਲ ਆਰੰਭ ਕੀਤੀ ਸੀ, ਔਰ ਵਿਛੋੜੇ ਤੋਂ ਚਲਦਿਆਂ ਆਖਰੀ ਜਦੋਂ ਰਿਜ਼ਲਟ ਲਿਆਉਣਾ ਹੈ, ਜਿਹੜਾ ਆਪਾਂ ਅਗਲੇ ਹਫਤੇ ਆਪਣੀ ਆਖਰੀ ਕਲਾਸ ਹੋਏਗੀ ਜਿਹੜੀ ਰਿਜ਼ਲਟ ਦੀ, ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਮਿਲਾਪ ਦੀ ਪੂਰੀ ਜਿਹੜੀ ਗੱਲ ਆ ਉਹ ਸਮਝਾ ਦਿੱਤੀ ਹੈ। ਔਰ ਵਿਛੋੜੇ ਦੇ ਵਿੱਚੋਂ ਨਿਕਲ ਕੇ
ਉਸ ਨੂੰ ਆਰਾਧ ਕੇ ਤੇ ਆਨੰਦ ਦੀ ਜਿਹੜੀ ਪ੍ਰਾਪਤੀ ਆ ਉਹ ਕਿਵੇਂ ਹੋਣੀ ਆ, ਉਹ ਆਪਾਂ ਇਹਨਾਂ ਦੇ ਵਿੱਚ ਸਮਝਿਆ। ਜਦੋਂ 12 ਮਾਹ ਦੀ ਸ਼ੁਰੂਆਤ ਹੋਈ ਸੀ ਤੇ ਸ਼ੁਰੂਆਤ ਦੇ ਵੇਲੇ ਸ਼ੁਰੂਆਤ ਜਿਹੜੀ ਸੀ ਉਹ ਬਸੰਤ ਤੋਂ ਹੋਈ ਸੀ। ਚੇਤ ਦਾ ਮਹੀਨਾ ਬਸੰਤ ਦਾ ਕੋਈ ਆਖਰੀ ਟਾਈਮ ਹੁੰਦਾ ਉਸ ਵੇਲੇ, ਉਹ ਵੀ ਬਸੰਤ ਦਾ ਮਹੀਨਾ ਸੀ। ਮਹਾਰਾਜ ਨੇ ਬਸੰਤ ਤੋਂ ਸ਼ੁਰੂ ਕਰਕੇ ਤੇ ਬਸੰਤ ਤੇ ਸਾਨੂੰ ਲੈ ਕੇ ਆਂਦਾ। ਚੇਤ ਦਾ ਮਹੀਨਾ ਜਦੋਂ ਸ਼ੁਰੂਆਤ ਹੋਈ ਸੀ ਤੇ ਉਹ ਬਸੰਤ ਦਾ ਉਹ ਮਹੀਨਾ ਸੀ ਜਿਸ ਵਿੱਚ ਅਸੀਂ ਇਹ ਗੱਲ ਸਮਝੀ ਸੀ, ਮਾਤ ਗਰਭ में आपन सिमरन दे तह तुम राखण हारे, कि जिस जगह ते अगन दा जिन्हों आपां तपश आख्या ते शीतलता, इन्हां दोनों चीज़ां दा सुमेल सी। अगन तो भाव माता दे गर्भ दी जठरा अग्नि। जदों असीं माता दे गर्भ विच सी ते ओह जठरा अग्नि सी, पर नाल शीतलता सी, भाव रब दे नाल लिव जुड़ी हुई सी। उस लिव जुड़ी दे करके उत्थे याद सी, उत्थे गुण सी, सच दे नाल जुड़े सी, वो बसंत सी। फिर चलदे चलदे विसाख धीरन क्यों वाढियां, जिन्हां प्रेम विछोह, विछोड़े दी गल आ गई कि विसाख दे महीने दे विच इह गल समझी कि जदों असीं अपने मूल दे नालों टुट जांदे आ, अपनी जड़ दे नालों टुट जांदे आ, ते फिर असीं किवें सुक जांदे आ। तां ही हरे रवांगे जे अपनी जड़ दे नाल जुड़े रवांगे। विसाख दे महीने च असीं इह गल समझी कि जड़ नालों टुट गए सां ते सुक गए सां। फिर सुकदे उस तपश ने सानू गर्मी दे महीने दे विच ले आंदा, जदों आपां जेठ ते हाड़ दी तपश नू समझिया। जेठ ते हाड़ दी तपश ने सानू इन्ना ज्यादा कल्पा दिता, इन्ना ज्यादा असी गर्मी दे विच बुखला गए, इन्ने ज्यादा असी औगणां दे विच रुझ गए कि धोरे अंदरों अरदास निकली कि सच्चे पातशाह हुण रख ला। जिस वेले धोरे अंदरों अरदास निकली, उस वेले गुरु बदला ने अरदास सुनी ते सावन नू हुक्म होया, वरसों किरपा धार, हिरदे दे उत्ते नाम दियां बूंदां पईयां, असी दोबारा हरे भरे हो गए ते सावन दा महीना बन गया। जिस वेले सावन दा महीना बनिया, असी हरे भरे होए, नाम दियां बूंदां पईयां, क्योंकि पहलों जिहड़ा राज रहा वो हाउ दा राज रहा, औगणा दा राज रहा, ते हाउ जिहड़ी सी वो बर्दाश्त ना कर सकी कि असी दोबारा किवें हरे भरे हो जाइए। उस हाउ ने सानू भादों दे महीने च लिया के खड़ा करता, जदों असी भरमी बन गए। जदों असी इस गल नू समझिया, ये गल दे विच असी हो गए कि शायद असी धर्म दे नां ते जो कर रहे हैं, असी उस भरम नू ही धर्म समझ के बह गए ते असी भरमां दे विच पै गए, दुविधा दे विच पै गए। असी धर्म ते भरम दे विच फर्क ना कर सके। जिस वेले भरमां ने सता दिता और ये गल समझ आई, मन थोड़ा जिहा सुचेत होया कि भाई ये जिहड़ी तपश आ भरमां दी, ये तां जेठ हाड़ दी तपश तो भी ज्यादा माड़ी आ। उस वेले फिर एक अरदास कीती ते सच्चे पातशाह ने आख्या, उपराला कर, तेरे अंदर सर्दी आ जाए, शीतलता आ जाए। ते ओह उपराला असी कीता अस्सू दे महीने दे विच प्रेम दे रूप दे विच। जदों असी प्रेम नू अपना आधार बनाया, सच्ची मुहब्बत नू अपना आधार बनाया, पर महाराज ने नाल ही अगले महीने च गल आखी कि अकल्ला प्रेम नहीं, नाल अपने कर्मां दी सोध भी कर, क्योंकि गुरु दे मिलाप दे वास्ते जिथे प्रेम सहाई आ, उत्थे तेरे कर्मां दे विच सोध होनी भी बड़ी जरूरी आ। तेरे जेड़े कर्म ने वो भी शुभ कर्म जेड़े वो होने चाहिए। जदों ये उपराले कीते ते तुरदियां तुरदियां अपने मन नू मन घर बना लिया। मगर दे महीने दे विच जदों मन दा घर सज गया ते उडीक करन लग पए कि इस सजे हुए घर दे विच प्रभु पति आएगा ते मिलाप होएगा। उन्हां मिलाप दियां घड़ियां दे उडीक दे विच असीं इस तरह दे हो गए कि असीं समाधियां ला के बह गए ते तुखार वाले पासे चले गए।
ਅਸੀਂ ਇਸ ਤਰ੍ਹਾਂ ਦੇ ਤੁਖਾਰ ਵਾਲੇ ਪਾਸੇ ਹੋ ਗਏ ਵੀ ਇਹ ਗੱਲ ਸਮਝਣ ਲੱਗ ਪਏ ਵੀ ਮੈਂ ਹੀ ਮੈਂ ਆ, ਜੋ ਮੈਂ ਕਰਦਾ ਕੋਈ ਹੋਰ ਕਰ ਸਕਦਾ। ਫਿਰ ਗੁਰੂ ਪੋਹ ਨੇ ਆਪਣਾ ਨਿੱਘ ਦਿੱਤਾ ਤੇ ਉਸ ਨਿੱਘ ਦੇ ਨਾਲ ਉਹਨੇ ਸਾਨੂੰ ਇਹ ਗੱਲ ਸਮਝਾਈ ਵੀ ਬੱਚੇ ਅੱਖਾਂ ਖੋਲ ਕੇ ਦੇਖ, ਆਪਣੇ ਅੰਦਰ ਝਾਤੀ ਮਾਰ, ਸਾਰਾ ਕੁਝ, ਸਾਰੇ ਦੁਨੀਆ ਦੇ ਤੀਰਥ, ਨਾਮ, ਗੁਣ, ਸਭ ਕੁਝ ਤੇਰੇ ਅੰਦਰ ਆ, ਇਹ ਅੰਦਰੋਂ ਪ੍ਰਗਟ ਹੋਣਾ। ਜਦੋਂ ਇਹ ਗੱਲ ਅੰਦਰੋਂ ਪ੍ਰਗਟ ਹੋਈ, ਇਸ ਗੱਲ ਨੂੰ ਸਮਝਿਆ ਤੇ ਨਾਲ ਹੀ ਇਹ ਗੱਲ ਸਮਝ ਆਈ ਕਿ ਜਿਹੜੀ ਮਨ ਦੀ ਭਟਕਣਾ ਹੈ, ਇਹ ਮੈਂ ਸਿੱਖੀ ਨੂੰ ਵਧਾਵਾ ਦਿੱਤਾ ਸੀ, ਤੇ ਜਿਹੜੇ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਦਾ ਹੈ, ਉਹ ਹੀ ਸਿੱਖੀ ਨੂੰ ਜਿਹੜਾ ਵਾ ਪਾਲਣਾ, ਜਿਹੜਾ ਵਾ ਉਹ ਅਸਲੀ ਸਿੱਖੀ ਕਮਾਉਣਾ ਹੈ। ਸਿਧਾਂਤਾਂ ਨੂੰ ਪਾਲਣਾ ਸਿੱਖੀ ਕਮਾਉਣਾ ਹੈ, ਤੇ ਮਨ ਦੀ ਜਿਹੜੀ ਭਟਕਣਾ ਹੈ ਉਹ ਸਿੱਖੀ ਨੂੰ ਵਧਾਵਾ ਹੈ। ਜਦੋਂ ਇਹ ਗੱਲ ਸਮਝ ਆਈ, ਸਿਧਾਂਤ ਪਾਲੇ, ਇਸ ਭਟਕਣਾ ਦੇ ਵਿੱਚੋਂ ਨਿਕਲੇ, ਤੇ ਫਿਰ ਸੱਚੇ ਪਾਤਸ਼ਾਹ ਨੇ ਆਖਿਆ ਆ ਜਾ, ਫਿਰ ਬਸੰਤ ਆ ਗਈ ਫੱਗਣ ਦੇ ਮਹੀਨੇ ਦੇ ਰੂਪ ਦੇ ਵਿੱਚ। ਇਸ ਬਸੰਤ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਲੈ ਆਏ, ਮਹਾਰਾਜ ਦੇ ਗੁਰੂ ਸੱਚੇ ਪਾਤਸ਼ਾਹ ਨੇ ਬਾਂਹ ਫੜ ਕੇ ਸਾਨੂੰ ਸਾਰਾ ਬਾਹਰਲਾ ਨਜ਼ਾਰਾ ਵਿਖਾ ਦਿੱਤਾ 12 ਮਹੀਨਿਆਂ ਦਾ। ਇਹਨਾਂ 12 ਮਹੀਨਿਆਂ ਦਾ ਨਜ਼ਾਰਾ ਵਿਖਾ ਕੇ ਸੱਚੇ ਪਾਤਸ਼ਾਹ ਇਹ ਗੱਲ ਸਮਝਾਈ ਵੀ ਬਾਹਰਲੇ ਮਹੀਨੇ ਤਾਂ ਆਪਣੇ ਟਾਈਮ ਦੇ ਨਾਲ ਆਉਣੇ ਨੇ, ਪਰ ਮੈਂ ਤੈਨੂੰ ਨਜ਼ਾਰਾ ਦਿਖਾਤਾ ਏ, ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖਣੀ ਆ ਵੀ ਤੇਰੇ ਅੰਦਰ ਕਿਹੜਾ ਮਹੀਨਾ ਕਦੋਂ ਬਣਦਾ ਹੈ। ਤੂੰ ਜਦੋਂ ਚਾਹੇ ਆਪਣੇ ਅੰਦਰ ਕਿਹੜਾ ਮਹੀਨਾ ਬਣਾਉਣਾ ਹੈ, ਇਹ ਤੇਰੇ ਤੇ ਡਿਪੈਂਡ ਕਰਦਾ ਹੈ। ਤੇ ਗੁਰੂ ਨੇ ਆਵਾਜ਼ਾਂ ਮਾਰ ਕੇ ਇਹ ਗੱਲ ਆਖੀ, ਬਾਹਾਂ ਖੋਲ ਕੇ ਇਹ ਗੱਲ ਆਖੀ ਵੀ ਆ ਜਾ, ਆ ਕੇ ਗੁਣ ਇਕੱਠੇ ਕਰ। ਕਿਉਂਕਿ ਜਿੰਨੀ ਦੇਰ ਤੱਕ ਗੁਣਾਂ ਦਾ ਹਾਰ ਗਲ ਦੇ ਵਿੱਚ ਨਹੀਂ ਨਾ ਪਾਉਣਾ, ਜਿੰਨੀ ਦੇਰ ਤੱਕ ਗੁਣਾਂ ਨੂੰ ਆਪਣੇ ਗਲ ਦਾ ਹਾਰ ਨਹੀਂ ਨਾ ਬਣਾਉਂਦੇ, ਉਨੀ ਦੇਰ ਤੱਕ ਮਿਲਾਪ ਨਹੀਂ ਹੋ ਸਕਦਾ। ਪ੍ਰਭੂ ਦੇ ਮਿਲਾਪ ਦੀ ਸ਼ਰਤ ਹੀ ਇਹ ਆ, ਇਹੋ ਹੀ ਗੱਲ ਆ ਵੀ ਗੁਣਾਂ ਨੂੰ ਆਪਣੇ ਗਲ ਦਾ ਹਾਰ ਬਣਾਉਣਾ ਸੀ। ਇਹੋ ਗੱਲ ਸੱਚੇ ਪਾਤਸ਼ਾਹ ਨੇ, ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਈ ਕਿ ਫਲ ਗੁਣ ਮਨ ਰਹੱਸੀ ਪ੍ਰੇਮ ਸੁਭਾਇਆ, ਕਿ ਰਹੱਸੀ ਤੋਂ ਭਾਵ ਖੜਾ, ਚੜ੍ਹਦੀ ਕਲਾ, ਜਿਹਨੂੰ ਆਪਾਂ ਉਤਸ਼ਾਹ ਕਹਿੰਦੇ, ਢਹਿੰਦੀ ਕਲਾ ਦਾ ਖਤਮ ਹੋ ਜਾਣਾ। ਇਸ ਮਹੀਨੇ ਦਾ ਉਪਦੇਸ਼ ਦਿੰਦਿਆਂ ਸੱਚੇ ਪਾਤਸ਼ਾਹ ਨੇ ਆਖਿਆ ਕਿ ਮੇਰੇ ਅੰਦਰੋਂ ਸਾਰੇ ਜਿਹੜੇ ਵਹਿਮ ਭਰਮ ਸੀ ਉਹ ਖਤਮ ਹੋ ਗਏ, ਢਹਿੰਦੀ ਕਲਾ ਜਿਹੜੀ ਸੀ ਉਹ ਖਤਮ ਹੋ ਗਈ, ਤੇ ਮੇਰਾ ਮਨ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਤੇ ਉਤਸ਼ਾਹ ਦੇ ਵਿੱਚ ਰਹਿਣ ਲੱਗ ਪਿਆ। ਪੁੱਛਿਆ ਕਿਵੇਂ ਜੀ, ਇਹ ਹੋਇਆ ਕਿਵੇਂ? ਸੱਚੇ ਪਾਤਸ਼ਾਹ ਆਖਿਆ ਪ੍ਰੇਮ ਸੁਭਾਇਆ, ਕਿਉਂਕਿ ਰੱਬ ਜੀ ਦਾ ਪਿਆਰ ਮੇਰੇ ਮਨ ਨੂੰ ਭਾ ਗਿਆ, ਉਹਦੇ ਗੁਣ ਮੇਰੇ ਮਨ ਨੂੰ ਚੰਗੇ ਲੱਗਣ ਲੱਗ ਪਏ। ਮੈਂ ਉਹਨਾਂ ਗੁਣਾਂ ਦੇ ਨਾਲ ਇੱਕ ਸੁਰ ਹੋ ਗਿਆ, ਉਹਨਾਂ ਗੁਣਾਂ ਨੂੰ ਇਕੱਠਾ ਕਰਕੇ ਮੈਂ ਆਪਣੇ ਗਲੇ ਦਾ ਹਾਰ ਬਣਾ ਲਿਆ। ਪਰ ਇਹ ਗੱਲ ਨਹੀਂ ਆ, ਜੇ ਮੈਂ ਗੁਣਾਂ ਨੂੰ ਆਪਣੇ ਗਲੇ ਦਾ ਹਾਰ ਬਣਾਇਆ ਏ ਤੇ ਰਹਿਣਾ ਤੇ ਇਸ ਸੰਸਾਰ ਵਿੱਚ ਹੀ ਆ ਨਾ। ਇਹ ਗੱਲ ਨਹੀਂ ਆ ਵਿਕਾਰ ਨਹੀਂ ਆਉਂਦੇ, ਵਿਕਾਰ ਫਿਰ ਵੀ ਆ ਕੇ ਹਮਲਾ ਕਰਦੇ ਨੇ, ਤਨ ਦੇ ਤੱਕ ਵਿਕਾਰ ਪਹੁੰਚਦੇ ਨੇ, ਆ ਕੇ ਹਮਲਾ ਕਰਦੇ ਨੇ ਇਹ ਵਿਕਾਰ, ਪਰ ਮੇਰੇ ਮਨ ਤੱਕ ਇਹ ਵਿਕਾਰ ਨਹੀਂ ਹੁਣ ਪਹੁੰਚਦੇ। ਕਿਉਂ ਨਹੀਂ ਪਹੁੰਚਦੇ? ਕਿਉਂਕਿ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਹੁਣ ਜਿਹੜਾ ਮਨ ਆ ਨਾ ਉਹ ਮੇਰਾ ਡੋਲਦਾ ਨਹੀਂ, ਹੁਣ ਮੇਰਾ ਮਨ ਇਹਨਾਂ ਵਿਕਾਰਾਂ ਦੇ ਜਿਹੜਾ ਵਾ ਵਿਕਾਰਾਂ ਦੀ ਪਕੜ ਵਿੱਚ ਨਹੀਂ ਆਉਂਦਾ, ਕਿਉਂਕਿ ਮੇਰਾ ਜਿਹੜਾ ਚਿੱਤ ਆ, ਮੇਰਾ ਜਿਹੜਾ ਮਨ ਆ, ਉਹ ਗੁਣਾਂ ਦੇ ਵਿੱਚ, ਗੁਣਾਂ ਦੇ ਨਾਲ ਪਰੋਇਆ ਗਿਆ ਹੈ। ਪਰ ਇਹ ਜਿਹੜੀ ਹਉਮੈ ਆ ਤੇ ਮਮਤਾ ਹੈ ਨਾ, ਬਾਬਾ ਕਬੀਰ ਜੀ ਆਖਦੇ ਨੇ ਜਿਹੜੀ ਮਾਇਆ ਹੈ ਨਾ, ਇਹ ਬੜੀ ਤਰ੍ਹਾਂ ਕਰਕੇ ਮੈਨੂੰ ਆ ਕੇ ਖਿੱਚਦੀ ਹੈ। ਕਿਵੇਂ? ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਕਿ ਇਹ ਜਿਹੜੀ ਹਉਮ ਆ ਨਾ, ਇਹ ਜਿਹੜੀ ਮਾਇਆ ਹੈ, ਇਹ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆ ਕੇ ਮੈਨੂੰ ਭਰਮਾਉਣ ਦਾ ਯਤਨ ਕਰਦੀ ਹੈ। ਇਹ ਬੜੇ ਤਰੀਕੇ ਦੇ ਨਾਲ ਆਉਂਦੀ ਆ, ਕਦੀ ਠੱਗੀ ਦੇ ਰੂਪ ਚ ਆ ਜਾਂਦੀ ਆ, ਕਦੀ ਕਾਮ ਦੇ ਰੂਪ ਚ ਆ ਜਾਂਦੀ ਆ, ਕਦੀ ਕ੍ਰੋਧ ਦੇ ਰੂਪ ਚ ਆ ਜਾਂਦੀ ਆ, ਬੜੇ ਰੂਪਾਂ ਚ ਆ ਕੇ ਅਲੱਗ-ਅਲੱਗ ਤਰ੍ਹਾਂ ਆ ਕੇ ਮੈਨੂੰ ਭਰਮਾਉਣ ਦਾ ਯਤਨ ਕਰਦੀ ਆ। ਪਰ ਮੇਰੇ ਗੁਰੂ ਦੀ ਬਖਸ਼ਿਸ਼ ਆ, ਹਮ ਰਾਖੇ ਗੁਰ ਆਪਣੇ। ਮੇਰੇ ਗੁਰੂ ਨੇ
ਤਰਸ ਕਰਕੇ, ਮਿਹਰ ਕਰਕੇ, ਆਪਣੀ ਬਖਸ਼ਿਸ਼ ਕਰਕੇ ਮੇਰੀ ਪੱਤ ਰੱਖ ਲਈ, ਮੈਨੂੰ ਇਹਨਾਂ ਵਿਕਾਰਾਂ ਦੇ ਘੇਰਿਆਂ ਦੇ ਵਿੱਚੋਂ ਬਚਾ ਲਿਆ। ਵੈਸੇ ਨਾ ਦੇਖਿਆ ਜਾਏ ਤੇ ਬੁਰਾਈ ਕਰਨ ਦੇ, ਬੁਰਾਈ ਕਮਾਉਣ ਦੇ ਬਹੁਤ ਤਰ੍ਹਾਂ ਦੇ ਜਿਹੜੇ ਆ ਨਾ ਉਹ ਤਰੀਕੇ ਆ। ਬੰਦਾ ਬੜੇ ਚਲਾਕੀਆਂ ਦੇ ਨਾਲ ਬੁਰਾਈ ਕਮਾਉਂਦਾ ਹੈ, ਇਹਦੇ ਤੋਂ ਬੜਾ ਬਚਣਾ ਪੈਂਦਾ ਹੈ। ਕਈ ਵਾਰੀ ਪਤਾ ਕੀ ਹੁੰਦਾ ਹੈ, ਅਸੀਂ ਆਪਣੀ ਚਤੁਰਾਈ ਦੇ ਪਰਦੇ ਦੇ ਹੇਠਾਂ ਨਾ ਅਸੀਂ ਗੁਨਾਹ ਕਰਦੇ ਹਾਂ, ਗਲਤ ਕੰਮ ਕਰਦੇ ਹਾਂ ਤੇ ਉੱਪਰ ਚਤੁਰਾਈ ਦਾ ਪਰਦਾ ਪਾ ਦਿੰਦੇ ਹਾਂ ਵੀ ਕਿਸੇ ਨੂੰ ਪਤਾ ਨਾ ਲੱਗੇ। ਪਰ ਆਪਣੇ ਅੰਦਰ ਝਾਤੀ ਮਾਰ ਕੇ ਦੇਖਾਂਗੇ ਤੇ ਅੰਦਰੋਂ ਤਾਂ ਨਹੀਂ ਨਾ ਧਰਮੀ ਹੋ ਜਾਣਾ। ਅੰਦਰਲੀ ਜਿਹੜੀ ਕੋਈ ਨਾ ਕੋਈ ਚੀਜ਼ ਆ ਉਹ ਤੇ ਟੁੰਬਦੀ ਰਹਿੰਦੀ ਆ ਨਾ, ਤੂੰ ਮਨਾ ਤੂੰ ਗਲਤ ਕੀਤਾ ਹੀ, ਉਹ ਕਹਿੰਦੀ ਰਹਿੰਦੀ ਹੈ। ਉਹ ਵੱਖਰੀ ਗੱਲ ਆ ਵੀ ਅਸੀਂ ਉੱਪਰੋਂ ਚਤੁਰਾਈ ਦਾ ਪਰਦਾ ਪਾ ਕੇ, ਉੱਪਰੋਂ ਚੁਸਤੀਆਂ ਤੇ ਚਲਾਕੀਆਂ ਕਰਕੇ ਅਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਾਂ। ਕਈ ਵਾਰੀ ਪਤਾ ਕੀ ਹੁੰਦਾ ਹੈ, ਅਸੀਂ ਕਿਸ ਤਰ੍ਹਾਂ ਦੇ ਚੁਸਤ ਚਲਾਕ ਆ, ਕਿਹੋ ਜਿਹੇ ਅਸੀਂ ਮਾਹਿਰ ਆ ਚੁਸਤੀ ਚਲਾਕੀ ਦੇ ਵਿੱਚ, ਇਹ ਸਾਰਿਆਂ ਨੇ ਆਪਾਂ ਆਪਣੇ ਆਪਣੇ ਅੰਦਰ ਵੇਖਣਾ। ਅਸੀਂ ਇਸ ਤਰ੍ਹਾਂ ਦੇ ਮਾਹਿਰ ਆ ਵੀ ਜਿਹੜੇ ਸਾਡਾ ਆਲਾ ਦੁਆਲਾ ਹੁੰਦਾ ਹੈ ਨਾ, ਸਾਡੇ ਭੈਣ ਭਰਾ ਹੁੰਦੇ ਆ ਜਾਂ ਅੜੋਸੀ ਪੜੋਸੀ ਹੁੰਦੇ ਆ ਜਾਂ ਰਿਸ਼ਤੇਦਾਰ ਹੁੰਦੇ ਆ ਸਾਡੇ ਆਲੇ ਦੁਆਲੇ ਜਿਹੜੇ, ਅਸੀਂ ਉਹਨਾਂ ਦੇ ਵਿੱਚ ਔਗਣ ਹੀ ਔਗਣ ਦੱਸਦੇ ਜਾਂਦੇ ਆ। ਇਹਦੇ 'ਚ ਆਹ ਔਗਣਿਆ, ਇਹ ਵੀ ਨਹੀਂ ਚੰਗਾ, ਇਹ ਵੀ ਨਹੀਂ ਚੰਗਾ, ਇਹਨੇ ਆਹ ਕੰਮ ਮਾੜਾ ਕੀਤਾ, ਇਹਨੇ ਆਹ ਕੰਮ ਮਾੜਾ ਕੀਤਾ। ਉਹ ਪਤਾ ਅਸੀਂ ਕਿਉਂ ਕਰਦੇ ਆ? ਹੁਣ ਜੇ ਮੈਂ ਸਿੱਧਾ ਆਪਣੇ ਆਪ ਨੂੰ ਕਹਿਣ ਲੱਗ ਪਵਾਂ ਵੀ ਮੈਂ ਬੜੀ ਚੰਗੀ, ਮੇਰੇ 'ਚ ਗੁਣ ਬੜੇ, ਫਿਰ ਤੇ ਵੀ ਲੋਕਾਂ ਨੇ ਕਹਿਣ ਲੱਗ ਪੈਣਾ ਵੀ ਇਹ ਤਾਂ ਸਿੱਧਾ ਹੀ ਕਹੀ ਜਾਂਦੀ ਮੈਂ ਚੰਗੀ ਬਣੀ। ਹੁਣ ਜੇ ਮੈਂ ਆਪਣੇ ਆਪ ਨੂੰ ਚੰਗਾ ਸਾਬਤ ਕਰਨਾ ਹੈ ਤੇ ਮੈਂ ਸਿੱਧਾ ਨਹੀਂ ਕਹਿਣਾ ਮੈਂ ਚੰਗਾ, ਮੈਂ ਕੀ ਕਰਨਾ, ਮੈਂ ਦੂਸਰਿਆਂ ਨੂੰ ਹੌਲੀ ਹੌਲੀ ਬੁਰਾ ਕਹਿਣਾ ਸ਼ੁਰੂ ਕਰ ਦੇਣਾ। ਜੀ ਇਹ ਵੀ ਬੁਰਾ, ਇਹਨੇ ਇਸ ਵੇਲੇ ਬੁਰਾ ਕੰਮ ਕੀਤਾ ਸੀ, ਇਹਦੇ 'ਚ ਆਹ ਔਗਣਿਆ, ਇਹਦੇ 'ਚ ਆਹ। ਜਦੋਂ ਮੈਂ ਸਾਰਿਆਂ ਦੇ ਔਗਣ ਗਿਣਾ ਦਿੱਤੇ, ਮੈਂ ਆਪੇ ਗੁਣਾਂ ਵਾਲਾ ਹੋ ਗਿਆ। ਕਈ ਵਾਰੀ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਚਲਾਕੀਆਂ ਨੇ ਨਾ ਉਹ ਕਰਦੇ, ਤੇ ਇਹਨਾਂ ਗੱਲਾਂ ਦੇ ਵਿੱਚ ਅਸੀਂ ਜਿਹੜੇ ਆ ਨਾ ਉਹ ਬੜੇ ਹੀ ਮਾਹਿਰ ਆ। ਪਰ ਸੱਚੇ ਪਾਤਸ਼ਾਹ ਆਖਦੇ ਨੇ, ਕਹਿੰਦੇ ਦੁਨੀਆ ਤੋਂ ਤੇ ਪਰਦੇ ਪਾ ਲੇਗਾ, ਦੁਨੀਆ ਨੂੰ ਤੇ ਇਹ ਗੱਲ ਦੱਸ ਦੇਗਾ ਵੀ ਦੂਸਰੇ ਦੇ ਵਿੱਚ ਔਗਣ ਬੜੇ ਆ, ਪਰ ਕਦੀ ਇਹ ਗੱਲ ਪੜ੍ਹੀ ਹੋ ਵੀ ਲੋਕ ਪਤੀਣੇ ਕਛੂ ਨਾ ਹੋਏ ਨਾ ਹੀ ਰਾਮੇ ਆਣ। ਉਹ ਥੋੜੀ ਬੱਚਾ ਹੈ, ਅਕਾਲ ਪੁਰਖ ਨੂੰ ਤਾਂ ਸਾਰਾ ਕੁਝ ਪਤਾ ਹੈ, ਉਸ ਹਰੀ ਪਰਮਾਤਮਾ ਨੂੰ ਪੜ੍ਹਦੇ ਅਸੀਂ ਰੋਜ਼ ਆ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਮੋਕੋ ਕਰ ਸੰਤਨ ਕੀ ਧੂਰੇ। ਅਸੀਂ ਰੋਜ਼ ਪੜ੍ਹਦੇ ਸੱਚੇ ਪਾਤਸ਼ਾਹ ਜੀ ਤੁਸੀਂ ਅੰਤਰਜਾਮੀ, ਤੁਸੀਂ ਅੰਦਰ ਦੀਆਂ ਜਾਣਨ ਵਾਲੇ ਹੋ, ਤੁਸੀਂ ਸਭ ਕੁਝ ਜਾਣਦੇ ਹੋ, ਪਰ ਪਾਪ ਕਰਨ ਲੱਗਿਆ, ਗੁਨਾਹ ਕਰਨ ਲੱਗਿਆ, ਕਿਸੇ ਨੂੰ ਬੁਰਾ ਕਹਿਣ ਲੱਗਿਆ, ਇਹ ਗੱਲ ਉਦੋਂ ਭੁੱਲ ਜਾਂਦੇ। ਉਸ ਵੇਲੇ ਅਸੀਂ ਜੋ ਪੜ੍ਹਦੇ ਆ ਉਹਦੇ ਤੇ ਪਹਿਰਾ ਨਹੀਂ ਦਿੰਦੇ। ਪੜ੍ਹਦੇ ਜ਼ਰੂਰ ਆ ਵੀ ਅੰਤਰਜਾਮੀ ਹੈ, ਪਰ ਇਸ ਗੱਲ ਦੇ ਉੱਤੇ ਅਸੀਂ ਭਰੋਸਾ ਨਹੀਂ ਵਿਖਾਉਂਦੇ, ਬੇਭਰੋਸਗੀ ਰੱਖੀ। ਇਸੇ ਬੇਭਰੋਸਗੀ ਨੂੰ ਬਦਾਵਾ ਦੇਣਾ ਆਖਿਆ ਹੈ, ਜਿਹੜਾ ਬਦਾਵਾ ਅਸੀਂ ਨਿੱਤ ਦਿਨ, ਜਿਹੜਾ ਅਸੀਂ ਭਰੋਸਾ ਨਹੀਂ ਕਰਦੇ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿੱਦਣ ਵਾਕਿਆ ਦਿਲੋਂ ਇਹ ਗੱਲ ਮੰਨ ਲਈ ਨਾ ਵੀ ਅੰਤਰਜਾਮੀ ਜੇ ਕਹਿੰਦਾ ਹੈ, ਪੜ੍ਹਦਾ ਹੈ ਅੰਤਰਜਾਮੀ, ਤੇ ਮੈਂ ਮੰਨਦਾ ਵੀ, ਮੈਂ ਦਿਲੋਂ ਵੀ ਕਹਿੰਦਾ ਹੈ ਵੀ ਅੰਤਰਜਾਮੀ ਆ। ਜਿੱਦਣ ਮਨ ਦੇ ਵਿੱਚ ਇਹ ਪਿਆਰ ਪੈਦਾ ਹੋ ਗਿਆ ਨਾ, ਜਿੱਦਣ ਮਨ ਦੇ ਵਿੱਚ ਇਹ ਟਿਕਾਅ ਪੈਦਾ ਹੋ ਗਿਆ ਨਾ, ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਖੜਾ ਹੋ ਕੇ ਫੇਰ ਆਖੇਗਾ, ਸੱਚੇ ਪਾਤਸ਼ਾਹ ਜੈਸਾ ਹਾਂ ਤੈਸਾ ਹੀ ਤੇਰੇ ਅੱਗੇ ਖੜਾ, ਜੋ ਹਾਂ ਮੈਂ ਉਸੇ ਤਰ੍ਹਾਂ ਆ ਗਿਆ ਹੈ, ਤੇਰੇ ਪਿਆਰ ਦੇ ਵਿੱਚ ਹੀ ਜਿਉਣਾ ਹੈ, ਤੇ ਤੇਰੇ ਪਿਆਰ ਦੇ ਵਿੱਚ ਜਿਉਣਾ ਹੀ ਮੈਨੂੰ ਸੱਚ ਲੱਗਦਾ ਹੈ, ਕਿਉਂਕਿ ਮੈਨੂੰ ਹੁਣ ਅੰਦਰੋਂ ਜਿਹੜੀ ਆ ਨਾ ਉਹ ਮੁਹੱਬਤ ਹੋ ਗਈ। ਤੇ ਜਿਹਦੇ ਨਾਲ ਅੰਦਰੋਂ ਮੁਹੱਬਤ ਹੋ ਜੇ, ਉਹਦੇ ਨਾਲ ਹੀ ਅਸੀਂ ਦਿਲ ਦੀ ਗੱਲ ਕਰਦੇ ਹਾਂ। ਹੁਣ ਦੇਖੋ ਨਾ, ਦੁਨੀਆ ਦੇ ਵਿੱਚ ਆਮ ਆਪਾਂ ਦੇਖੀਏ, ਜਿਹਦੇ ਨਾਲ ਸਾਨੂੰ ਅੰਦਰੋਂ ਪਿਆਰ ਹੋਵੇ, ਅੰਦਰੋਂ ਮੁਹੱਬਤ ਹੋਵੇ, ਅੰਦਰੋਂ ਬੜੀ ਪ੍ਰੀਤ ਹੋਵੇ, ਅਸੀਂ ਉਹਦੇ ਨਾਲ ਆਪਣੀ ਹਰ ਗੱਲ ਚੰਗੀ ਜਾਂ ਮਾੜੀ ਅਸੀਂ ਫਟਾਫਟ ਕਰ ਦਿੰਦੇ। ਪਤਾ ਕਿਉਂ? ਕਿਉਂਕਿ ਇੱਕ ਮਨ ਦੇ ਵਿੱਚ ਵਿਸ਼ਵਾਸ ਆ ਵੀ ਮੇਰੀ ਗੱਲ ਇੱਥੇ ਸਿਕਿਉਰ ਰਹਿਣੀ, ਵੀ ਇਹਨੇ ਮੇਰੀ ਗੱਲ ਅੱਗੇ ਕਰਨੀ ਨਹੀਂ। ਤੇ ਇਹ ਗੱਲ ਉੱਥੇ ਹੀ ਹੁੰਦੀ ਜਿੱਥੇ ਮੁਹੱਬਤ ਹੁੰਦੀ ਹੈ, ਤੇ ਜਿੱਥੇ ਮੁਹੱਬਤ ਹੋਵੇ
विश्वास भी उत्थे ही हुंदा है। ते जिहड़ा बंदा विश्वास पालदा है ना, विश्वास पालना बड़ा वड्डा गुण है। सच्चे पातशाह कहंदे दुनिया दे उत्ते तू भरोसा रखदा है, पर जिहड़ी गोझ गल जी की आ ना, वो सतगुर दे नाल आके कर, उन्हां दे अगे आके गल करके महाराज मैं दुनिया दे कोलों ते पड़दे पाउंदा है, मैं इत्थे सब कुछ करदा है, पर सच्चे पातशाह जी मैं हुण आ गया है, हुण मैं गुण इकट्ठे करने आ, ते जिद्दन इस विश्वास दे नाल आ गए उदन आपां आपे ही गुणवंती बन जाना, ते जिद्दन गुणवंतियां बन गए उदन प्रभु दे नाल मिलाप दे सारे रस्ते खुल जाने। क्योंकि जिन्नी देर तक गुण नहीं ना पल्ले, आखदे ने ना जे गुण होवे गंठड़ियां मिलेगा सोई। हुण जो गठड़ी दे विच बद्धा है, जो आपां बन्निया होगा उही ही वरतांगे। इसे तरह जे पल्ले विच गुण होणगे, जे गठड़ी दे विच गुण बन्ने होणगे ते तां ही गुणां वाले बनांगे। ते ये गुण बन्नने कित्थों आ, कित्थों जाके गुण लैके आउणे आ? धन धन साहिब श्री गुरु ग्रंथ साहिब जी। क्योंकि धन धन साहिब श्री गुरु ग्रंथ साहिब महाराज जी गुणा दा खजाना है। हमेशा जदों भी आखिए, जदों भी नाम लईए, कल्ला ये ना आखिए गुरु ग्रंथ साहिब, नहीं, धन धन साहिब श्री गुरु ग्रंथ साहिब महाराज सच्चे पातशाह जीओ तुसीं गुणा दे खजाने आ, तुहाडे कोल सारे गुण आ महाराज। मैं पढ़दा रोज आ, मैं सुनदा रोज आ, पर मैं रोज ही भुल जांदा। मैं रोज शब्द पढ़दा है, कई बारी मन नूं चोट भी बड़ी लगदी है, कई बारी तीर भी बड़ा वजदा है, पर सच्चे पातशाह अनियाला तीर जिद्दन वज गया ना उदन नहीं मैं उठना। हली तो मैं रोज पढ़दा ते रोज सुनदा है, हली ते असीं जिहड़ा हुक्म सवेरे सुनदे आ 2 घंटिਆਂ ਨੂੰ हुक्म भुल जांदे, उस हुक्मनामे दे उत्ते चलना तो दूर दी गल आ। 98% असीं जिहड़ा हुक्मनामा सवेरे सुनदे आ 15-20 मिनटां ਨੂੰ हुक्मनामा दिमाग चों निकलिया ਉਹਦੇ ਉੱਤੇ ਚੱਲਣਾ ਤਾਂ ਦੂਰ ਦੀ ਗੱਲ। ਸਤਿਗੁਰ ਸਾਹਿਬ ਜੀ ਆਖਦੇ ਮਹਾਰਾਜ, ਸਤਿਗੁਰ ਸਾਹਿਬ ਜੀ ਕਹਿੰਦੇ ਨੇ ਇੱਥੇ ਆ ਕੇ ਗੋਝ ਗੱਲ ਤੂੰ ਕਰ ਮੇਰੇ ਬੱਚਿਆ, ਇੱਥੇ ਆ ਕੇ ਜਿੱਦਣ ਕਬੂਲ ਕਰ ਲਿਆ ਨਾ, ਮੈਂ ਵਾਧੂ ਦੀ ਮੈਲ ਚੁੱਕੀ ਫਿਰਦਾ ਸੱਚੇ ਪਾਤਸ਼ਾਹ ਵਿਕਾਰਾਂ ਦੀ, ਮੈਨੂੰ ਮੁਕਤ ਕਰੋ, ਮੈਨੂੰ ਇਸ ਮੈਲ ਤੋਂ ਮੁਕਤ ਕਰੋ, ਮੈਨੂੰ ਗੁਣਾਂ ਵਾਲਾ ਬਣਾ ਦਿਓ। ਤੇ ਸੱਚੇ ਪਾਤਸ਼ਾਹ ਤੇ ਬਾਹਾਂ ਖੋਲ ਕੇ ਬੈਠੇ ਨੇ। ਪਰ ਇੱਕ ਗੱਲ ਆ, ਜ਼ਬਰਦਸਤੀ ਥੋੜੀ ਕਿਸੇ ਦਾ ਭਲਾ ਕੀਤਾ ਜਾ ਸਕਦਾ। ਹੁਣ ਮੈਂ ਆਖਾਂ ਮੈਂ ਜ਼ਬਰਦਸਤੀ ਕਿਸੇ ਦਾ ਭਲਾ ਕਰਦਾ, ਜਾਂ ਕੋਈ ਆ ਕੇ ਆਖੇ ਵੀ ਤੇਰਾ ਜ਼ਬਰਦਸਤੀ ਭਲਾ ਕਰ ਦਈਏ, ਜੇ ਮੇਰਾ ਹੀ ਮਨ ਨਹੀਂ ਹੋਊਗਾ ਭਲਾ ਕਰਾਉਣ ਦਾ ਤੇ ਮੇਰਾ ਭਲਾ ਹੋਊਗਾ ਕਿ? ਹੁਣ ਜ਼ਬਰਦਸਤੀ ਤੇ ਨਹੀਂ ਨਾ, ਸੱਚੇ ਪਾਤਸ਼ਾਹ ਜੀ ਤੇ ਗੁਣਾਂ ਦਾ ਖਜ਼ਾਨਾ ਲੈ ਕੇ ਬੈਠੇ ਨੇ, ਉਹ ਤਾਂ ਭਲਾ ਕਰਨ ਲਈ ਬੈਠੇ ਨੇ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਦਸਦਾ ਬੁਰਾ ਕਿਉਂ? ਉਹ ਤਾਂ ਸਾਰਿਆਂ ਦਾ ਭਲਾ ਕਰਨ ਵਾਸਤੇ, ਉਹ ਤਾਂ ਘੜਨ ਵਾਸਤੇ ਬੈਠੇ ਨੇ। ਇਹ ਅਸੀਂ ਦੇਖਣਾ ਹੈ ਵੀ ਅਸੀਂ ਕਿਹੋ ਜਿਹੇ ਪੱਥਰ ਆ, ਅਸੀਂ ਘੜੇ ਜਾਣ ਲਈ ਤਿਆਰ ਆ ਕਿ ਨਹੀਂ ਤਿਆਰ। ਕਹਿੰਦੇ ਨਾ ਲੜਾਈ ਹੋ ਗਈ ਇੱਕ ਮੂਰਤੀ ਦੀ ਤੇ ਪੱਥਰ ਦੀ, ਜਿਹੜਾ ਪੱਥਰ ਲੱਗਾ ਸੀ ਨਾ ਫਰਸ਼ ਦੇ ਉੱਤੇ ਲੱਗਾ ਸੀ, ਉਹਦੀ ਲੜਾਈ ਹੋ ਗਈ, ਗੱਲਾਂ ਕਰਨ ਲੱਗ ਪਏ ਮੂਰਤੀ ਤੇ ਪੱਥਰ। ਉਹ ਕਹਿਣ ਲੱਗਾ ਮੂਰਤੀ ਨੂੰ, ਕਹਿਣ ਲੱਗਾ ਜਿਹੜਾ ਆਉਂਦਾ ਹੈ ਉਹ ਤੈਨੂੰ ਕਿੱਡੇ ਪਿਆਰ ਨਾਲ ਵੇਖਦਾ ਹੈ, ਤੈਨੂੰ ਨਿਹਾਰਦਾ ਹੈ, ਸਭ ਕੁਝ ਕਰਦਾ ਹੈ, ਤੇ ਕਹਿੰਦਾ ਮੇਰੇ ਉੱਤੇ ਜ਼ੋਰ ਜ਼ੋਰ ਦੇ ਪੈਰ ਰੱਖ ਕੇ ਮਾਰਦੇ ਆ, ਹੈਗੀ ਤੂੰ ਵੀ ਪੱਥਰ, ਹੈਗਾ ਮੈਂ ਵੀ ਪੱਥਰ, ਇੰਜ ਕਿਉਂ? ਉਹ ਕਹਿਣ ਲੱਗੀ ਵੀਰ ਮੇਰਿਆ, ਜਦੋਂ ਘੜਨ ਦੀ ਵਾਰੀ ਆਈ ਸੀ ਨਾ ਤਾਂ ਮੂਰਤੀਕਾਰ ਨੇ ਪਹਿਲਾਂ ਤੈਨੂੰ ਹੀ ਚੁੱਕਿਆ ਸੀ, ਤੂੰ ਆਵਾਜ਼ਾਂ ਹੀ ਬੜੀਆਂ ਕੀਤੀਆਂ, ਤੂੰ ਘੜਨ ਹੀ ਨਹੀਂ ਦਿੱਤਾ ਉਹਨੂੰ ਆਪਣੇ ਆਪ ਨੂੰ, ਤੇ ਜਿਸ ਵੇਲੇ ਉਹਨੇ ਮੈਨੂੰ ਚੁੱਕਿਆ ਮੈਂ ਬੋਲੀ ਕੁਛ ਨਹੀਂ, ਮੈਂ ਕੁਛ ਆਖਿਆ ਹੀ ਨਹੀਂ। ਉਹ ਜਿਵੇਂ ਜਿਵੇਂ ਘੜਦਾ ਗਿਆ ਮੈਂ ਚੁੱਪ ਰਹੀ, ਮੈਂ ਪੀੜਾ ਬਰਦਾਸ਼ਤ ਕਰਦੀ ਰਹੀ, ਜੋ ਜੋ ਮੈਨੂੰ ਉਹ ਕਰਦਾ ਰਿਹਾ, ਨੱਕ ਬੁੱਲ ਮੂੰਹ ਜਿਵੇਂ ਉਹਨੇ ਮੈਨੂੰ ਘੜਿਆ ਉਹ ਮੈਂ ਚੁੱਪ ਰਹੀ, ਤੇ ਮੈਂ ਉਹਦੇ ਹੱਥ ਜੋੜ ਕੇ ਖੜੀ ਰਹੀ ਵੀ ਜਿਵੇਂ ਘੜੂਗਾ ਉਵੇਂ ਮੈਂ ਬੈਠੀ ਰਹੂੰਗੀ। ਤੇ ਹੁਣ ਵੇਖ ਲਾ ਸਾਰੇ ਮੈਨੂੰ ਵੇਖਦੇ, ਮੇਰਾ ਮੁੱਲ ਆ, ਤੇ ਤੂੰ ਵੇਖ ਲਾ ਪੈਰਾਂ 'ਚ ਰੋਲਦਾ, ਕਿਉਂਕਿ ਗੁਰੂ ਤੇ ਘੜਨ ਲਈ ਤਿਆਰ ਬੈਠਾ ਹੈ। ਅਸੀਂ ਦੇਖਣਾ ਸਾਡੇ ਪੱਥਰ ਮਨ ਜਿਹੜੇ ਨੇ ਇਹ ਕਿੱਥੇ ਖੜੇ ਹੈ। ਅਸੀਂ ਆਪਣੇ ਮਨ ਜਿਹੜੇ ਆ ਇਹਨਾਂ ਨੂੰ ਕਢਾਉਣ ਵਾਸਤੇ ਤਿਆਰ ਬੈਠੇ ਆ ਜਾਂ ਨਹੀਂ ਬੈਠੇ? ਅਸੀਂ ਤੇ ਇਸ ਤਰ੍ਹਾਂ ਦੇ ਆ ਵੀ ਅਸੀਂ ਗੁਰੂ ਨੂੰ ਵੀ ਉਲਾਂਭਾ ਦੇਣ ਲੱਗੇ ਗੁਰੇਜ਼ ਨਹੀਂ ਕਰਦੇ, ਇਸ ਤਰ੍ਹਾਂ ਦੇ। ਸੱਚੇ ਪਾਤਸ਼ਾਹ
ਫਿਰ ਵੀ ਇੰਨੀਆਂ ਦਾਤਾਂ ਬਖਸ਼ਦੇ ਨੇ। ਅਕਿਰਤ ਘਣਾ ਨੂੰ ਪਾਲਦੇ ਨੇ। ਅਕਿਰਤ ਘਣਾ ਨੂੰ ਪਾਲਦਾ ਰੱਬ ਨਾਨਕ ਸਦ ਬਖਸ਼ਿੰਦ, ਉਹ ਸਦਾ ਹੀ ਬਖਸ਼ਿਸ਼ ਦਾ ਘਰ ਹੈ। ਇਸੇ ਗੱਲ ਨੂੰ ਸੱਚੇ ਪਾਤਸ਼ਾਹ ਸਮਝਾਇਆ, ਫਲ ਗੁਣ ਮਨ ਰਹੱਸੀ, ਪ੍ਰੇਮ ਸੁਭਾਇਆ, ਕਿ ਮੇਰੇ ਮਨ ਵਿੱਚ ਖੜਾ ਆ ਗਿਆ, ਟਿਕਾ ਆ ਗਿਆ ਏ। ਮੇਰਾ ਮਨ ਹੁਣ ਚੜ੍ਹਦੀ ਕਲਾ ਦੇ ਵਿੱਚ, ਸਦਾ ਹੀ ਉਤਸ਼ਾਹ ਦੇ ਵਿੱਚ ਰਹਿੰਦਾ ਏ। ਕਿਉਂ? ਕਿਉਂਕਿ ਮੈਨੂੰ ਰੱਬ ਦਾ ਪਿਆਰ ਚੰਗਾ ਲੱਗਣ ਲੱਗ ਪਿਆ ਏ। ਕਿਉਂ ਚੰਗਾ ਲੱਗਣ ਲੱਗ ਪਿਆ? ਕਿਉਂਕਿ ਮੈਂ ਉਹਦੇ ਗੁਣਾਂ ਦੇ ਨਾਲ ਪਿਆਰ ਪਾ ਲਿਆ। ਮੈਨੂੰ ਸਮਝ ਆ ਗਈ ਆ, ਜੇ ਬਸੰਤ ਚੋਂ ਨਿਕਲਿਆ ਸਾਂ ਤੇ ਮੈਂ ਬਸੰਤ ਹੀ ਬਣਨਾ ਹੈ, ਮੈਂ ਦੂਜਾ ਕੁਛ ਨਹੀਂ ਬਣਨਾ। ਇਸ ਕਰਕੇ ਹੁਣ ਮੇਰੀ ਤੇ ਰੱਬ ਦੀ ਕੋਈ ਪਛਾਣ ਹੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਤਾਂ ਇੱਕ ਸੁਰ ਹੋ ਗਏ ਆ, ਇੱਕ ਮਿੱਕ ਹੋ ਗਏ ਆ। ਤੇ ਹੁਣ ਅਨ ਦਿਨ ਰਹੱਸ ਪਿਆ, ਦਿਨ ਰਾਤ ਮੇਰੇ ਮਨ ਦੇ ਵਿੱਚ ਇੱਕ ਚਾਹ, ਇੱਕ ਉਤਸ਼ਾਹ ਬਣਿਆ ਹੈ। ਅਨ ਦਿਨ ਦਾ ਮਤਲਬ ਦਿਨ ਰਾਤ। ਕਿਵੇਂ ਬਣਿਆ ਜੀ? ਆਖਣ ਲੱਗੇ ਆਪ ਗਵਾਇਆ, ਜਦੋਂ ਆਪਣਾ ਆਪ ਸਮਰਪਿਤ ਕਰ ਦਿੱਤਾ। ਆਪਣਾ ਆਪ ਸਮਰਪਿਤ ਕਰਾਂਗੇ ਤਾਂ ਮਨ ਦੇ ਵਿੱਚ ਉਤਸ਼ਾਹ ਬਣੇਗਾ, ਕਿਉਂਕਿ ਤੁਧਨੋਂ ਨਿਵਨ ਮੰਨਨ ਤੇਰਾ ਨਾਮ। ਜਿੱਦਣ ਆਪਣਾ ਆਪਾ ਸਮਰਪਿਤ ਕਰ ਦਿੱਤਾ, ਉਦਣ ਉਸੇ ਦਿਨ ਹੀ ਜਿਹੜੀ ਆ ਉਹ ਗੱਲ ਬਣ ਜਾਣੀ ਆ। ਤੇ ਜਦੋਂ ਆਪਣਾ ਆਪ ਭੇਟ ਕਰ ਦਿੱਤਾ, ਫਿਰ ਮਨ ਮੋਹ ਚੁਕਾਇਆ ਜਾਂ ਤਿਸ ਭਾਇਆ। ਜਦੋਂ ਆਪਣਾ ਆਪ ਗੁਰੂ ਦੇ ਅੱਗੇ ਜਾ ਕੇ ਭੇਟ ਕਰ ਦਿੱਤਾ, ਫਿਰ ਜਿਹੜਾ ਮੇਰੇ ਮਨ ਦਾ ਮੋਹ ਸੀ, ਮੋਹ ਤੋਂ ਭਾਵ ਜਿਹੜਾ ਗਲਤ ਪਾਸੇ ਵੱਲ ਮੇਰੀ ਲਗਨ ਲੱਗੀ ਸੀ ਨਾ, ਮੈਂ ਗਲਤ ਪਾਸੇ ਵੱਲ ਆਪਣੀ ਲਗਨ ਲਾ ਕੇ ਬੈਠਾ ਸਾਂ, ਹੁਣ ਉਹਦੀ ਰਹਿਮਤ ਹੋ ਗਈ ਆ। ਮੇਰੀ ਉਹ ਗਲਤ ਪਾਸੇ ਵੱਲੋਂ ਜਿਹੜੀ ਲਗਨ ਆ ਨਾ, ਉਹ ਖਤਮ ਹੋ ਗਈ, ਉਹ ਚੁੱਕੀ ਗਈ। ਤੇ ਚੁੱਕੀ ਕਿਵੇਂ ਗਈ? ਜਾਂ ਤਿਸ ਭਾਇਆ, ਇਹ ਵੀ ਉਹਦੀ ਬਖਸ਼ਿਸ਼। ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ, ਕਿਉਂਕਿ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚੰਤਾ। ਜਾਂ ਕੋ ਦਇਆ ਕਰੀ ਮੈਂ ਠਾਕਰ, ਤਨ ਗੁਰੇ ਕਮਾਣੇ ਮੰਤਾ। ਉਹਨੇ ਜਦੋਂ ਮੇਰੇ ਤੇ ਕਿਰਪਾ ਕਰ ਦਿੱਤੀ, ਦਇਆ ਕਰ ਦਿੱਤੀ, ਫੇਰ ਜਿਹੜੀ ਆ ਰਹਿਮਤ ਹੋਈ ਆ, ਤੇ ਤਾਂ ਕਰਕੇ ਮੇਰੀ ਗਲਤ ਪਾਸੇ ਵੱਲੋਂ ਲਗਨ ਜਿਹੜੀ ਆ ਉਹ ਖਤਮ ਹੋਈ। ਕਰ ਕਿਰਪਾ, ਘਰ ਆਓ ਆਪਣੀ ਕਿਰਪਾ ਕਰਕੇ। ਸੱਚੇ ਪਾਤਸ਼ਾਹ ਜੀ, ਮੇਰੇ ਮਨ ਦੇ ਵਿੱਚ ਜੇ ਤੁਸੀਂ ਤਰਸ ਕੀਤਾ ਹੈ ਨਾ, ਤੇ ਸਦਾ ਮੇਰੇ ਮਨ ਦੇ ਵਿੱਚ ਵਸੇ ਰਹੋ, ਸਦਾ ਹੀ ਮੇਰੇ ਹਿਰਦੇ ਦੇ ਵਿੱਚ ਵਸੇ ਰਹੋ, ਕਿਉਂਕਿ ਮੈਂ ਹਮੇਸ਼ਾ ਤੁਹਾਡੀ ਯਾਦ ਚਾਹੁੰਦਾ ਹੈ। ਜਿੱਦਣ ਇੱਕ ਪਲ ਵੀ ਮੈਨੂੰ ਤੁਹਾਡੀ ਯਾਦ ਨਹੀਂ ਨਾ ਆਉਂਦੀ, ਇੱਕ ਪਲ ਵੀ ਮੈਂ ਤੁਹਾਡੇ ਗੁਣਾਂ ਤੋਂ ਬਗੈਰ ਜੀਣਾ ਹੈ ਨਾ, ਤੇ ਮੇਰੇ ਲਈ ਕੀ ਹੁੰਦਾ? ਇੱਕ ਘੜੀ ਨਾ ਮਿਲਤੇ ਕਲ ਜੀ, ਮੇਰੀ ਇਹ ਹਾਲਤ ਹੋ ਜਾਂਦੀ। ਬਹੁਤੇ ਵੇਸ ਕਰੀ ਫਿਰ ਬਾਝੋਂ, ਮਹਿਲੀ ਲਹਾ ਨਾ ਥਾਓ। ਜੇ ਫਿਰ ਪਿਆਰਾ ਹਿਰਦੇ ਵਿੱਚ ਨਹੀਂ ਨਾ ਹੈਗਾ, ਜੇ ਗੋਣੀ ਪੱਲੇ ਨਹੀਂ ਨਾ ਹੈਗੇ। ਹੁਣ ਜਿਹਨੂੰ ਵਿਖਾਉਣ ਲਈ ਸ਼ਿੰਗਾਰ ਕੀਤਾ ਸੀ, ਜਿਹਨੂੰ ਵਿਖਾਉਣ ਲਈ ਆਪਣੇ ਆਪ ਨੂੰ ਤਿਆਰ ਕੀਤਾ ਸੀ, ਸ਼ਿੰਗਾਰਿਆ ਸੀ, ਜੇ ਉਹਨੇ ਵੇਖਿਆ ਹੀ ਨਹੀਂ, ਤੇ ਫਿਰ ਇਸ ਸ਼ਿੰਗਾਰ ਦਾ ਕੀ ਮਤਲਬ? ਫਿਰ ਤਾਂ ਕੋਈ ਮਤਲਬ ਹੀ ਨਹੀਂ ਨਾ ਹੋਇਆ। ਕਿਉਂਕਿ ਜਿਹੜਾ ਸ਼ਿੰਗਾਰ ਆ ਨਾ, ਇਹ ਬੇਪਨਾਹ ਮੁਹੱਬਤ ਦਾ ਸੂਚਕ ਹੈ। ਜਿਹਦੇ ਨਾਲ ਬੇਪਨਾਹ ਮੁਹੱਬਤ ਹੋਵੇ ਨਾ, ਉਹਨੂੰ ਅਸੀਂ ਸ਼ਿੰਗਾਰ ਕਰਕੇ ਸਭ ਤੋਂ ਪਹਿਲਾਂ ਦਿਖਾਉਂਦੇ ਹਾਂ। ਇਸ ਕਰਕੇ ਸ਼ਿੰਗਾਰ ਤੋਂ ਭਾਵ ਅੰਦਰਲਾ ਸ਼ਿੰਗਾਰ, ਗੁਣਾਂ ਦਾ ਸ਼ਿੰਗਾਰ। ਜੇ ਗੁਣਾਂ ਦਾ ਸ਼ਿੰਗਾਰ ਹੀ ਨਾ ਕੀਤਾ, ਤੇ ਫਿਰ ਬਾਹਰੋਂ ਜਿੰਨੇ ਮਰਜ਼ੀ ਬਸਤਰ ਰੰਗ ਬਰੰਗੇ ਪਾ ਲਈਏ, ਭਾਵੇਂ ਜਿੰਨੇ ਮਰਜ਼ੀ ਧਰਮੀ ਚੋਲੇ ਪਾ ਲਈਏ, ਤੇ ਆਪਣੇ ਆਪ ਨੂੰ ਆਖੀਏ ਵੀ ਮੈਂ ਬੜਾ ਧਰਮੀ ਆ, ਗੱਲ ਬਣਨੀ ਨਹੀਂ। ਕਿਉਂਕਿ ਸੁਹਾਗਣ ਵੀ ਅਖਵਾਉਣਾ ਤੇ ਪਰਾਏ ਘਰ ਵੀ ਜਾਣਾ, ਇਹ ਦੋਵੇਂ ਗੱਲਾਂ ਨਹੀਂ ਹੋ ਸਕਦੀਆਂ। ਇਹ ਤੇ ਬੜੀ ਵੱਡੀ ਬੇਅਦਬੀ ਆ। ਸਿੱਖ ਵੀ ਅਖਵਾਉਣਾ ਤੇ ਦੂਜੇ ਤੀਜੇ ਚੌਥੇ ਪੰਜਵੇਂ ਨੂੰ ਮੱਥੇ ਵੀ ਟੇਕਣੇ, ਦੂਜੇ ਤੀਜੇ ਚੌਥੇ ਪੰਜਵੇਂ ਨੂੰ ਮਹਾਰਾਜ ਮਹਾਰਾਜ ਆਖ ਕੇ ਵੀ ਕਹਿਣਾ, ਮਹਾਰਾਜ ਇੱਕੋ ਹੀ ਆ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ। ਇਸ ਕਰਕੇ ਸਿੱਖ ਵੀ ਆ ਤੇ ਸਿੱਖ ਹੀ ਰਹਿਣਾ ਹੈ। ਇਹ ਨਹੀਂ ਆ ਵੀ ਦੂਜੇ ਤੀਜੇ ਪਾਸੇ ਜਾਣਾ। ਮਹਾਰਾਜ ਆਖਦੇ ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸ਼ਿੰਗਾਰੀ। ਜਿਸ ਤਰ੍ਹਾਂ ਬਾਹਰੀ ਦਿਖਾਵੇ ਕਬੂਲ ਨਹੀਂ ਨਾ ਹੋ ਸਕਦੇ, ਉਸੇ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ, ਜਿਹੜੇ ਇਹ ਵੇਸ ਆ, ਰੇਸ਼ਮ ਦੇ ਕੱਪੜੇ, ਹਾਰ ਸ਼ਿੰਗਾਰ, ਇਹ ਸਾਰਾ ਕੁਛ ਜਿਹੜੀ ਜੀਵ ਇਸਤਰੀ ਆ ਉਹ ਲੋੜਦੀ ਆ, ਉਹ ਕਹਿੰਦੀ ਆ ਵੀ ਜੇ ਮੇਰਾ ਪ੍ਰਭੂ ਸ਼ਿੰਗਾਰ ਦੇਵੇ, ਤੇ ਉਹ ਸਾਰੇ ਸ਼ਿੰਗਾਰ ਕਰਨੇ ਲੋੜਦੀ ਆ। ਜੇ ਪ੍ਰਭੂ ਹੀ ਨਹੀਂ, ਜੇ ਗੁਣ ਹੀ ਨਹੀਂ, ਤੇ ਫਿਰ ਜੋ ਮਰਜ਼ੀ ਬਾਹਰਲੇ ਦਿਖਾਵੇ ਕਰ ਲਈਏ, ਫਿਰ ਕੋਈ ਫਾਇਦਾ ਨਹੀਂ। ਨਾਨਕ ਮੇਲ ਲਈ ਗੁਰ ਆਪਣੇ,
ਘਰ ਵਰ ਪਾਇਆ ਨਾਰੀ। हे ਨਾਨਕ, ਗੁਰੂ ਨੇ ਕਿਰਪਾ ਕਰਕੇ ਜਿਸ ਨੂੰ ਉਸ ਪ੍ਰਭੂ ਪਤੀ ਨਾਲ ਮਿਲਾ ਦਿੱਤਾ, ਉਹੀ ਜੀਵ ਇਸਤਰੀ, ਉਹੀ ਜਿੰਦ ਸੁਹਾਗਣ ਆ, ਉਹੀ ਜੀਵ ਇਸਤਰੀ ਵੱਡਿਆਂ ਭਾਗਾਂ ਵਾਲੀ ਆ, ਉਹੀ ਜੀਵ ਇਸਤਰੀ ਸੁੰਦਰ ਤੇ ਸੁਸ਼ੀਲ ਆ, ਜਿਨੇ ਆਪਣੇ ਹਿਰਦੇ ਦੇ ਵਿੱਚੋਂ ਗੁਣ ਪ੍ਰਗਟ ਕਰ ਲਏ। ਜਿਨੇ ਹਿਰਦੇ ਦੇ ਵਿੱਚੋਂ ਗੁਣ ਪ੍ਰਗਟ ਕਰ ਲਏ ਆ, ਉਹ ਇਸ ਤਰ੍ਹਾਂ ਮੰਨੋ ਜਿਵੇਂ ਰੋਸ਼ਨੀ ਕਰਦੀ ਹੈ ਤੇ ਹਨੇਰਾ ਦੂਰ ਭੱਜ ਜਾਂਦਾ ਹੈ। ਜਦੋਂ ਰੋਸ਼ਨੀ ਹੋ ਗਈ, ਹਨੇਰਾ ਦੂਰ ਭੱਜ ਗਿਆ, ਫਿਰ ਅੰਦਰ ਗੁਣ ਹੀ ਗੁਣ ਪ੍ਰਗਟ ਹੋ ਗਏ। ਬਸੰਤ ਆ ਗਈ, ਜਦੋਂ ਬਸੰਤ ਆ ਗਈ ਫਿਰ ਆਨੰਦ ਹੀ ਆਨੰਦ ਹੋ ਗਿਆ। ਫਿਰ ਕੀ ਹੋਇਆ? ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ। ਫਲ ਗੁਣ ਤੋਂ ਭਾਵ ਫੱਗਣ ਦੇ ਮਹੀਨੇ ਦਾ ਸੰਦੇਸ਼ ਇਹਦੇ ਦੁਆਰਾ ਮਹਾਰਾਜ ਸੰਦੇਸ਼ ਦਿੰਦੇ ਆਖ ਰਹੇ ਨੇ ਕਿ ਲੋਕ, ਕਿਉਂਕਿ ਫੱਗਣ ਦੇ ਮਹੀਨੇ 'ਚ ਹੋਲੀ ਆਉਂਦੀ ਆ, ਲੋਕ ਇਹਨਾਂ ਦਿਨਾਂ ਦੇ ਵਿੱਚ ਹੋਲੀਆਂ ਦੇ ਕੱਚੇ ਰੰਗਾਂ ਦੇ ਵਿੱਚ ਖੁਸ਼ੀ ਭਾਲਦੇ ਆ, ਕੱਚੇ ਰੰਗਾਂ ਦੇ ਵਿੱਚ ਲੋਕੀ ਆਨੰਦ ਲੱਭਦੇ ਆ। ਪਰ ਜਿਹੜਾ ਅਕਾਲ ਪੁਰਖ ਨਾਲ ਇੱਕ-ਮਿਕ ਹੋ ਗਿਆ, ਜਿਨੇ ਜਿਸ ਜੀਵ ਆਤਮਾ ਨੇ ਆਪਣੇ ਜੀਵਨ ਦੇ ਵਿੱਚੋਂ ਗੁਣ ਪ੍ਰਗਟ ਕਰ ਲਏ ਆ, ਆਪਣੇ ਅੰਦਰੋਂ ਗੁਣ ਲੱਭ ਲਏ ਆ, ਉਹ ਜਿਹੜੀ ਜੀਵ ਇਸਤਰੀ ਸਦਾ ਹੀ ਆਨੰਦ 'ਚ ਰਹਿੰਦੀ ਆ। ਤੇ ਆਨੰਦ 'ਚ ਕਿਵੇਂ ਰਹਿੰਦੀ? ਹਰ ਸੱਜਣ ਪ੍ਰਗਟੇ ਆਏ। ਇਹ ਜਿਹੜੇ ਗੁਣ ਸੀ, ਹਰੀ ਸੱਜਣ ਸੀ ਜਿਹੜਾ, ਉਹ ਪ੍ਰਗਟ ਹੋ ਗਿਆ। ਪ੍ਰਗਟ ਹੋਣ ਦਾ ਮਤਲਬ ਗੁਣ ਅੰਦਰ ਹੀ ਸੀ, ਹਰੀ ਸੱਜਣ ਅੰਦਰ ਸੀ, ਕਿਤੇ ਬਾਹਰ ਨਹੀਂ ਸੀ ਗਿਆ। ਜਿਵੇਂ ਆਪਾਂ ਐਗਜ਼ਾਮਪਲ ਲੈ ਲਈਏ ਵੀ ਜਿਵੇਂ ਦੁੱਧ ਆ, ਜਿਹੜਾ ਘਿਓ ਵਾ ਉਹ ਦੁੱਧ ਦੇ ਵਿੱਚ ਹੀ ਹੁੰਦਾ ਹੈ, ਪਰ ਆਪਾਂ ਉਹ ਪੂਰਾ ਜਦੋਂ ਉਹਨੂੰ ਕਰਦੇ, ਪ੍ਰੋਸੀਜਰ ਕਰਦੇ ਆ, ਤੇ ਫਿਰ ਦੁੱਧ ਦੇ ਵਿੱਚੋਂ ਘਿਓ ਨਿਕਲਦਾ ਹੈ, ਹੁੰਦਾ ਦੁੱਧ ਦੇ ਵਿੱਚ ਹੀ ਹੈ। ਜਾਂ ਆਪਾਂ ਕੱਪੜਾ ਟੇਲਰ ਨੂੰ ਦਿੰਦੇ ਆ, ਤੇ ਉਹ ਟੇਲਰ ਦੇਖੋ ਇੱਕ ਕੱਪੜੇ ਦਾ ਪੀਸ ਦਿੰਦੇ ਆ ਆਪਾਂ, ਤੇ ਉਹਦੇ ਵਿੱਚੋਂ ਕਿੱਡੇ ਖੂਬਸੂਰਤ ਜਿਹੜੇ ਨੇ ਉਹ ਬਸਤਰ ਬਣਾ ਦਿੰਦਾ ਹੈ। ਹੁਣ ਉਹ ਕੱਪੜੇ ਦੇ ਵਿੱਚ ਹੀ ਉਹਦੇ ਵਿੱਚ ਕਲਾ ਹੈ, ਟੇਲਰ ਦੇ ਵਿੱਚ ਉਹ ਬਸਤਰ ਬਣਾ ਦਿੰਦਾ ਹੈ। ਇਸੇ ਤਰ੍ਹਾਂ ਜਿਵੇਂ ਇੱਕ ਪੱਥਰ ਆ, ਤੇ ਉਹ ਜਿਹੜਾ ਮੂਰਤੀ ਘਾੜਾ ਹੈ, ਉਹਦੇ ਵਿੱਚੋਂ ਕਿੱਡੀ ਖੂਬਸੂਰਤ ਮੂਰਤੀ ਬਣਾ ਦਿੰਦਾ ਹੈ। ਉਹ ਜਿਹੜੀ ਮੂਰਤੀ ਪੱਥਰ ਦੇ ਵਿੱਚ ਪਈ ਹੈ, ਪਰ ਉਹਨੂੰ ਪ੍ਰਗਟ ਕਰਨ ਵਾਲਾ ਕਲਾਕਾਰ ਚਾਹੀਦਾ ਹੈ। ਤੇ ਜਿਵੇਂ ਗੁਣ ਨੇ, ਇਹ ਸਾਡੇ ਅੰਦਰ ਪਏ ਨੇ। ਇਹਨਾਂ ਨੂੰ ਜਿਹੜਾ ਨਾ ਇਹ ਗੁਣ ਜਦੋਂ ਨਾ ਇਹ ਪ੍ਰਗਟ ਕਿਵੇਂ ਹੋਣਗੇ? ਇਹ ਹਰੀ ਸੱਜਣ ਜਿਹੜਾ ਹੈ ਨਾ, ਉਹ ਪ੍ਰਗਟ ਜਦੋਂ ਹੋ ਜਾਂਦਾ ਹੈ, ਤੇ ਜਿਨ੍ਹਾਂ ਦਾ ਜਿਹੜਾ ਸੱਜਣ ਆ ਉਹ ਹਰੀ ਬਣ ਗਿਆ, ਜਿਨ੍ਹਾਂ ਨੇ ਪਰਮਾਤਮਾ ਨਾਲ ਹੀ ਸੱਜਣਤਾ ਪਾ ਲਈ, ਜਿਨ੍ਹਾਂ ਨੇ ਉਹਨੂੰ ਹੀ ਸੱਜਣ ਬਣਾ ਲਿਆ, ਤੇ ਫਿਰ ਉਹਦਾ ਤਾਂ ਸਾਰਾ ਕੁਛ ਇਹਦੀ ਤੇ ਜ਼ਿੰਦਗੀ 'ਚ ਆਨੰਦ ਹੀ ਆਨੰਦ ਆ। ਤੇ ਹਰੀ ਸੱਜਣ ਪ੍ਰਗਟ ਕਿਵੇਂ ਹੋਇਆ? ਸੰਤ ਸਹਾਈ ਰਾਮ ਕੀ ਕਰ ਕਿਰਪਾ ਦਿਆ ਮਿਲਾਏ। ਸੰਤ ਤੋਂ ਭਾਵ ਇੱਕ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਸੰਤ ਨੇ। ਇੱਥੇ ਕਿਸੇ ਡੇਰੇਦਾਰ ਸੰਤ ਦੀ, ਕਿਸੇ ਸੰਸਥਾ ਦੇ ਸੰਤ ਦੀ ਗੱਲ ਨਹੀਂ ਹੈਗੀ। ਹਾਂ, ਕੁਝ ਜੀਵ ਆਤਮਾ ਇਹੋ ਜਿਹੀਆਂ ਹੋ ਸਕਦੀਆਂ ਨੇ ਜਿਹੜੀਆਂ ਸਹਾਈ ਹੋਣ, ਇਹ ਤੇ ਜ਼ਰੂਰ ਹੋ ਸਕਦਾ ਹੈ। ਪਰ ਜਿਹੜੀ ਇਹ ਗੱਲ ਆ, ਸੰਤ ਦੀ ਨਿਸ਼ਾਨੀ ਇਹ ਆ, ਆਪ ਗਵਾਈਏ ਤਾਂ ਸ਼ੋ ਪਾਈਏ। ਜਿਨ੍ਹਾਂ ਨੇ ਇਹ ਗੱਲ ਆਪਣੇ ਜੀਵਨ 'ਚ ਅਪਣਾ ਲਈ, ਹਮ ਕਿਛ ਨਾਹੀ ਏਕੇ ਉਹੀ, ਆਗੇ ਪਾਸ਼ੇ ਏਕੋ ਸੋਈ। ਜਦੋਂ ਕੋਈ ਫਰਕ ਹੀ ਨਾ ਰਿਹਾ, ਜਿਨ੍ਹਾਂ ਨੇ ਇਹ ਗੱਲ ਕਹਿਤੀ, ਨਾਨਕ ਗੁਰ ਖੋਏ ਭ੍ਰਮ ਭੰਗਾ, ਹਮ ਹੋਏ ਮਿਲ ਹੋਏ ਇੱਕ ਰੰਗਾ। ਜਦੋਂ ਇੱਕ ਰੰਗ ਹੋ ਗਿਆ, ਇੱਥੇ ਉਹ ਵਾਲੇ ਸੰਤਾਂ ਦੀ ਗੱਲ ਆ। ਸੰਤ ਗੁਰੂ, ਜਦੋਂ ਉਸ ਗੁਰੂ ਨੇ ਰਾਮ ਦੇ ਨਾਲ ਮਿਲਾਤਾ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀ, ਉਹ ਬਾਣੀ ਪੜ੍ਹ ਕੇ ਸਾਰੀ ਬਾਣੀ ਗੁਣਾਂ ਦਾ ਖਜ਼ਾਨਾ ਹੈ, ਉਹ ਮੈਂ ਆਪਣੇ ਆਪ ਤੇ ਲਾ ਕੇ ਜਦੋਂ ਗੁਣ ਆਪਣੇ ਅੰਦਰ ਧਾਰਨ ਕਰ ਲਏ, ਤੇ ਫਿਰ ਇੱਕ ਸੁਰ ਇੱਕ ਮਿਕ ਹੋ ਗਏ। ਤੇ ਜਦੋਂ ਇੱਕ ਸੁਰ ਹੋ ਗਏ, ਫਿਰ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾ ਹੀ ਜਾਏ। ਜਾਏ ਦਾ ਮਤਲਬ ਥਾਂ। ਹੁਣ ਕੀ ਹੋਇਆ? ਸੇਜ ਹਿਰਦੇ ਦੀ ਸੋਹਣੀ ਬਣ ਗਈ। ਸੇਜ ਸੋਹਣੀ ਬਣਨ ਤੋਂ ਭਾਵ ਗੁਣ ਪ੍ਰਗਟ ਹੋ ਗਏ। ਤੇ ਜਦੋਂ ਗੁਣ ਪ੍ਰਗਟ ਹੋ ਗਏ, ਫਿਰ ਕੀ ਹੋਇਆ? ਆਜ ਹਮਾਰੇ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। फिर आज हमारे ग्रह बसंत, गुण गाए प्रभ तुम बेअंत। फिर बसंत हो गई, हिरदे दी सेजा सोहनी बन गई, भाव गुण प्रगट हो गए। ते जिथे गुण ही गुण होण, उत्थे औगणा दी कोई थां ही नहीं रही। हुण दुखा ना ही जाए, हुण दुख औगणा वर्गे दुखां दी कोई थां ही ना रही। इश पुन्नी वड भागणी, वड्डियां भागां वाली जीव इस्त्री दी इच्छा पूरी हो गई। ਉਹ ਇੱਛਾ ਪੂਰੀ ਕਿਵੇਂ ਹੋਈ? ਵਰ ਪਾਇਆ ਹਰ ਰਾਏ,
ਹਰੀ ਰਾਏ ਵਰਗਾ ਜਦੋਂ ਵਰ ਪਾ ਲਿਆ, ਜਦੋਂ ਉਹ ਪ੍ਰਮਾਤਮਾ ਵਰਗਾ ਵਰ ਪਾ ਲਿਆ, ਫਿਰ ਕੀ ਹੋਇਆ? ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ, ਸੇ ਜੰਤ ਪਏ ਹਰਿਆਵਲੇ। ਹੁਣ ਜਿਹੜੇ ਜੰਤ ਸੀ ਉਹ ਵੀ ਹਰੇ ਹੋ ਗਏ। ਜੰਤ ਕਿਹੜੇ? ਹੁਣ ਮੇਰੀਆਂ ਅੱਖਾਂ ਬੁਰਾ ਨਹੀਂ ਦੇਖਦੀਆਂ, ਹੁਣ ਮੇਰੀਆਂ ਅੱਖਾਂ ਤੇਰ ਮੇਰ ਨਹੀਂ ਕਰਦੀਆਂ। ਜੰਤ ਕਿਹੜੇ ਹਰੇ ਹੋ ਗਏ? ਮੇਰੇ ਕੰਨ ਹਰੇ ਹੋ ਗਏ। ਹੁਣ ਮੇਰੇ ਕੰਨ ਨਿੰਦਾ ਚੁਗਲੀ ਨਹੀਂ ਸੁਣਦੇ, ਹੁਣ ਮੇਰੇ ਕੰਨ ਚੰਗੀਆਂ ਗੱਲਾਂ ਸੁਣਦੇ ਨੇ। ਕਿਹੜੇ ਜੰਤ ਹਰੇ ਹੋ ਗਏ? ਜਿਹਵਾ, ਮੇਰੀ ਜ਼ੁਬਾਨ ਹਰੀ ਹੋ ਗਈ। ਹੁਣ ਮੇਰੀ ਜ਼ੁਬਾਨ ਨੇ ਜੇ ਗੱਲ ਪੜ੍ਹ ਲਈ ਨਾ, ਮੇਰੀਆਂ ਅੱਖਾਂ ਨੇ ਮਿੱਠ ਬੋਲੜਾ ਜੀ ਹਰ ਸੱਜਣ स्वामी ਮੋਰਾ, ਹੁਣ ਮੇਰੀ ਜਿਹਵਾ ਵੀ ਮਿੱਠਾ ਬੋਲਣ ਲੱਗ ਪਈ। ਇਹ ਜੰਤ ਜਿਹੜੇ ਹਰੇ ਹੋ ਗਏ। ਮਿਲ ਸਹੀਆਂ ਮੰਗਲ ਗਾਵੇ, ਗੀਤ ਗੋਵਿੰਦ ਅਲਾਏ। ਸਹੀਆਂ ਤੋਂ ਭਾਵ ਕਰਮ ਇੰਦਰੇ ਤੇ ਗਿਆਨ ਇੰਦਰੇ। ਮੇਰੇ ਕਰਮ ਇੰਦਰੇ ਤੇ ਗਿਆਨ ਇੰਦਰੇ ਹੁਣ ਖੁਸ਼ੀ ਦੇ ਗੀਤ ਗਾਉਣ ਲੱਗ ਪਏ। ਹੁਣ ਮੇਰਾ ਮਨ ਤੇ ਤਨ ਹਰਿਆ ਹੋ ਗਿਆ। ਮਨ ਹਰਿਆ ਹੋ ਗਿਆ ਮੇਰਾ ਵਿਚਾਰਾਂ ਕਰਕੇ। ਜਦੋਂ ਚੰਗੇ ਵਿਚਾਰ ਆਉਣ ਲੱਗ ਪਏ ਤੇ ਮਨ ਹਰਾ ਹੋ ਗਿਆ। ਜਦੋਂ ਮਨ ਰਾਜਾ ਹਰਾ ਹੋ ਗਿਆ ਤੇ ਫਿਰ ਜਿਹੜੀ ਪ੍ਰਜਾ ਸੀ, ਜਿੰਨੇ ਕੰਮ ਕਰਨੇ ਸੀ ਅੱਗੇ ਤਨ ਨੇ, ਫਿਰ ਉਹ ਵੀ ਕਰਮ ਸ਼ੁਭ ਕਰਨ ਲੱਗ ਪਿਆ, ਕਿਉਂਕਿ ਵਿਚਾਰਾਂ ਨੇ ਤੇ ਕੰਮ ਕਰਾਉਣੇ ਸੀ। ਇਸ ਕਰਕੇ ਹੁਣ ਸੱਚ ਦੇ ਗੀਤ ਗਾਉਣ ਲੱਗ ਪਏ। ਤੇ ਜਦੋਂ ਸੱਚ ਦੇ ਗੀਤ ਗਾਉਣ ਲੱਗ ਪਏ, ਫਿਰ ਅੰਦਰੋਂ ਇਹ ਆਵਾਜ਼ ਆਈ, ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ। ਉਹ ਹਰੀ ਪਰਮਾਤਮਾ ਵਰਗਾ ਕੋਈ ਦਿਸਦਾ ਹੀ ਨਹੀਂ, ਉਸ ਸੱਚ ਵਰਗਾ ਕੋਈ ਹੋਰ ਹੈਗਾ ਹੀ ਨਹੀਂ। ਕੋਈ ਹੋਰ ਹੋਵੇ ਤੇ ਮੈਂ ਆਖਾਂ, ਕੋਈ ਸੱਚ ਵਰਗੀ ਦਾਤ ਹੋਵੇ ਤਾਂ ਮੈਂ ਦੱਸਾਂ। ਕੋਈ ਸੱਚ ਵਰਗੀ ਦਾਤ ਹੀ ਹੋਰ ਨਹੀਂ ਹੈਗੀ, ਮੈਂ ਕਿਹਦਾ ਨਾਂ ਲਵਾਂ। ਹਲਤ ਪਲਤ ਸਵਾਰਿਆਂ ਨੇ ਚਲ ਦਿੱਤੀਆਂ ਜਾਏ, ਜਿਨ੍ਹਾਂ ਨੇ ਉਹਦੇ ਗੁਣ ਗਾਏ। ਜਿਹੜੇ ਸੱਚ ਦੇ ਨਾਲ ਜੁੜੇ, ਉਹਨਾਂ ਦਾ ਹਲਤ ਤੇ ਪਲਤ। ਹਲਤ ਤੋਂ ਭਾਵ ਜਿਨ੍ਹਾਂ ਦਾ ਅੱਜ, ਜਿਨ੍ਹਾਂ ਨੇ ਆਪਣਾ ਅੱਜ ਸੁਧਾਰ ਲਿਆ, ਉਹਨਾਂ ਦਾ ਕੱਲ ਵੀ ਸੁਧਰ ਗਿਆ। ਜਿਨ੍ਹਾਂ ਨੇ ਆਪਣਾ ਪ੍ਰੈਜ਼ੈਂਟ ਸੁਧਾਰ ਲਿਆ, ਉਹਨਾਂ ਦਾ ਫਿਊਚਰ ਵੀ ਸੰਵਰ ਗਿਆ। ਇਹ ਭਾਵ ਆ। ਇਹਨੂੰ ਆਖਿਆ ਲੋਕ ਸੁਖੀਏ ਪਰ ਲੋਕ ਸੁਹੇਲੇ, ਇਹਨੂੰ ਆਖਿਆ ਹੈ। ਹਲਤ ਔਰ ਪਲਤ ਤੋਂ ਭਾਵ ਜਿਨ੍ਹਾਂ ਨੇ ਆਪਣਾ ਤਨ ਤੇ ਮਨ ਜਿਹੜਾ ਉਹ ਹਰਾ ਕਰ ਲਿਆ, ਉਹ ਸੁਧਾਰ ਲਿਆ। ਜਿਨ੍ਹਾਂ ਦਾ ਅੱਜ ਸਹੀ, ਉਹਨਾਂ ਦਾ ਕੱਲ ਵੀ ਸਹੀ। ਤੇ ਜਦੋਂ ਇਹ ਚੀਜ਼ਾਂ ਸਹੀ ਹੋ ਗਈਆਂ, ਫਿਰ ਸੰਸਾਰ ਸਾਗਰ ਤੇ ਰੱਖਿਆ ਨੇ ਬਹੁੜ ਨਾ ਜਨਮੇ ਧਾਏ। ਫਿਰ ਉਹ ਜਿੰਦਾ ਸੰਸਾਰ ਸਾਗਰ ਦੇ ਲੋਭ ਲਹਿਰ ਦੀਆਂ, ਜਿਹੜੀਆਂ ਲੋਭ ਦੀਆਂ ਲਹਿਰਾਂ ਉੱਠਦੀਆਂ ਨੇ ਨਾ, ਫਿਰ ਇਹਨਾਂ ਦੇ ਵਿੱਚ ਫਸਦੀਆਂ ਨਹੀਂ। ਪਰ ਇੰਨੇ ਕੁ ਗੁਣ ਨੇ ਉਸ ਪਰਮਾਤਮਾ ਦੇ, ਇੰਨੇ ਕੁ ਗੁਣ ਨੇ ਮੇਰੇ ਸੱਜਣ ਪ੍ਰਭੂ ਦੇ, ਮੈਂ ਕਿੰਨੇ ਕੁ ਆਖਾਂ। ਮੇਰੀ ਤਾਂ ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਮੇਰੀ ਤਾਂ ਜ਼ੁਬਾਨ ਹੀ ਇੱਕ ਹੈ, ਮੇਰੀ ਤਾਂ ਇੱਕ ਹੀ ਜਿਹਵਾ ਹੈ। ਮੈਂ ਤਾਂ ਜੋ ਮਰਜ਼ੀ ਕਰ ਲਵਾਂ, ਜਿੰਨਾ ਕੁਛ ਵੀ ਮੈਂ ਕਰਾਂ, ਮੈਂ ਇਸ ਸਾਰੀ ਧਰਤੀ ਨੂੰ ਕਾਗਜ਼ ਬਣਾ ਲਵਾਂ, ਸਮੁੰਦਰਾਂ ਦੇ ਪਾਣੀ ਨੂੰ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਨੂੰ ਮੈਂ ਕਲਮਾ ਬਣਾ ਲਵਾਂ, ਕਲਮਾ ਬਣ ਜਾਣ, ਪੈਨ ਬਣ ਜਾਣ, ਪਰ ਉਹਦੇ ਗੁਣ ਨਹੀਂ ਗਾਏ ਜਾ ਸਕਦੇ, ਉਹਦੇ ਗੁਣ ਨਹੀਂ ਲਿਖੇ ਜਾ ਸਕਦੇ। ਉਹ ਇੰਨੇ ਗੁਣਾਂ ਦਾ ਮਾਲਕ ਆ। ਤਰੇ ਨਾਨਕ ਚਰਨੀ ਪਾਏ ਤੋਂ ਭਾਵ, ਪਰ ਜਿਨ੍ਹਾਂ ਨੇ ਉਹਦੇ ਗੁਣ ਗਾ ਕੇ, ਜਿਹੜੇ ਉਸ ਸੱਚ ਦੇ ਰਸਤੇ ਤੇ ਚੱਲੇ, ਸੱਚੇ ਪਾਤਸ਼ਾਹ ਮੈਂ ਵੀ ਉਸ ਰਸਤੇ ਤੇ ਹੁਣ ਚੱਲਣ ਲੱਗ ਪਿਆ। ਮੈਨੂੰ ਵੀ ਉਹ ਰਸਤਾ ਹੁਣ ਪਤਾ ਲੱਗ ਗਿਆ। ਫਲ ਗੁਣ ਨਿਤ ਸੁਣਾਈਏ, ਜਿਸਨੂੰ ਤਿਲ ਨਾ ਤਮਾਏ। ਇਸ ਮਹੀਨੇ ਦਾ ਸੰਦੇਸ਼ ਦੇ ਕੇ ਮਹਾਰਾਜ ਨੇ ਸਮਝਾਇਆ ਕਿ ਨਿਤ ਉਸ ਨਾਲ ਸਾਂਝ ਪਾਓ, ਜਿਸਨੂੰ ਇੱਕ ਪੈਸੇ ਦੀ, ਇੱਕ ਤਿਲ ਦੀ ਵੀ ਤਮਾ ਨਹੀਂ ਹੈਗੀ। ਮੈਨੂੰ ਕੋਈ ਵੱਡਾ ਆਖੇ। ਪੜ੍ਹਦੇ ਆ ਨਾ ਆਪਾਂ ਕਿ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹਨੂੰ ਕੋਈ ਫਰਕ ਨਹੀਂ ਆ, ਤੁਸੀਂ ਵੱਡਾ ਆਖੋ ਤੇ ਚਾਹੇ ਨਾ ਆਖੋ। ਜੇ ਵੱਡਾ ਆਖਣਾ ਹੈ, ਜੇ ਉਹਦੇ ਗੁਣ ਗਾਉਣੇ ਆ, ਜੇ ਉਹਦੀ ਵਡਿਆਈ ਕਰਨੀ ਆ, ਉਹ ਆਪਣਾ ਜ਼ਿੰਦਗੀ, ਆਪਣਾ ਜੀਵਨ ਸੁਧਾਰਨ ਲਈ ਕਰਨੀ, ਤਾਂ ਕਿ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ, ਉਸ ਰਸਤੇ ਦੇ ਗੁਣ ਗਾਉਂਦਿਆਂ ਗਾਉਂਦਿਆਂ, ਸੱਚ 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 ਕਹਿੰਦਿਆਂ ਕਹਿੰਦਿਆਂ, ਮੇਰੇ ਮਨ ਦੇ ਵਿੱਚ ਵੀ ਜਿਹੜਾ ਸੱਚ ਆ ਉਹ ਘਰ ਕਰ ਜਾਵੇ। ਮੈਂ ਵੀ ਸੱਚ ਦੇ ਰਸਤੇ ਤੇ ਤੁਰ ਪਵਾਂ। ਫਿਰ ਆਪਣੇ ਅੰਦਰੋਂ ਮਹਾਰਾਜ ਆਖਦੇ ਨੇ, ਇਹ ਆਨੰਦ ਜਿਹੜਾ ਹੈ ਨਾ ਉਹ ਪੈਦਾ ਕਰ। ਤੇ ਜਿਸ ਵੇਲੇ ਇਹ ਆਨੰਦ ਅੰਦਰੋਂ ਪ੍ਰਗਟ ਹੋ ਗਿਆ ਨਾ, ਜਦੋਂ ਗੁਣ ਆ ਗਏ, ਤੇ ਫਿਰ ਆਨੰਦ ਹੀ ਆਨੰਦ ਹੈ।
पर करना की है, गुणा नूं साथी बनाउणा पैना है। ਜਿਹੜੇ ਔਗਣ ਨੇ ਉਹ ਜੰਜੀਰ ਨੇ, ਜਿਹੜੇ ਔਗਣ ਨੇ ਉਹ ਬੇੜੀਆਂ ਨੇ ਜਿਹੜੀਆਂ ਸਾਡੇ ਹੱਥਾਂ ਤੇ ਪੈਰਾਂ 'ਚ ਪਈਆਂ ਨੇ। ਇੱਕ ਨਾ ਲੋਹਾਰ ਸੀ, ਉਹ ਬੇੜੀਆਂ ਬਣਾਉਂਦਾ ਸੀ, ਜੰਜੀਰਾਂ ਬਣਾਉਂਦਾ ਸੀ। ਉਹ ਬੇੜੀਆਂ ਬਣਾਉਂਦਾ ਸੀ ਤੇ ਉਹ ਐਡਾ ਮਾਹਰ ਸੀ ਕਿ ਜਿਹੜੀ ਬੇੜੀ ਉਹ ਲੋਹਾਰ ਬਣਾ ਦਿੰਦਾ ਸੀ ਨਾ, ਉਸ ਬੇੜੀ ਨੂੰ ਕੋਈ ਕੱਟ ਨਹੀਂ ਸੀ ਸਕਦਾ, ਉਸ ਜੰਜੀਰ ਦਾ ਕੋਈ ਤੋੜ ਨਹੀਂ ਸੀ, ਉਹਨੂੰ ਕੋਈ ਕੱਟ ਨਹੀਂ ਸੀ ਸਕਦਾ। ਇੱਕ ਵਾਰੀ ਗਲਤੀ ਹੋ ਗਈ, ਬੇੜੀ ਗਲਤ ਬਣ ਗਈ, ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਆਖਿਆ, ਉਹਦੀ ਸੁਣਵਾਈ ਨਾ ਹੋਈ ਤੇ ਰਾਜੇ ਨੇ ਆਖਿਆ ਇਹਨੂੰ ਬੇੜੀਆਂ 'ਚ ਬੰਨ੍ਹ ਕੇ ਜੰਗਲ 'ਚ ਸੁੱਟ ਦਿਓ ਤਾਂ ਕਿ ਇਹਨੂੰ ਜਿਹੜੇ ਜੰਗਲੀ ਜਾਨਵਰ ਆ ਉਹ ਖਾ ਲੈਣ। ਹੁਣ ਉਹਦੇ ਨਾਲ ਇੱਕ ਹੋਰ ਬੰਦਾ ਸੀ ਜਿਹਨੂੰ ਸਜ਼ਾ ਹੋਈ ਸੀ, ਉਹਨੂੰ ਵੀ ਇਹੋ ਹੀ ਸਜ਼ਾ ਸੀ। ਉਹ ਰੋਵੇ ਵੀ ਜੰਗਲੀ ਜਾਨਵਰਾਂ ਨੇ ਖਾ ਜਾਣਾ ਹੈ ਤੇ ਕੀ ਹਾਲ ਹੋਊਗਾ ਸਾਡਾ, ਹੁਣ ਪਤਾ ਨਹੀਂ ਕਿਵੇਂ ਖਾਂਦੇ ਆ, ਨੋਚ ਨੋਚ ਕੇ ਉਹਨਾਂ ਖਾਣਾ ਹੈ। ਇਹ ਲੋਹਾਰ ਹੱਸਣ ਲੱਗ ਪਿਆ। ਉਹ ਕਹਿੰਦਾ ਕਮਲਾ ਹੋ ਗਿਆ ਹੈ, ਸਾਨੂੰ ਸਜ਼ਾ ਮਿਲੀ ਹੈ ਤੇ ਤੂੰ ਕਹਿੰਦਾ ਹੱਸੀ ਜਾਂਦਾ ਹੈ। ਉਹ ਕਹਿੰਦਾ ਸਬਰ ਕਰ। ਲੋਹਾਰ ਕਹਿਣ ਲੱਗਾ, ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਆ? ਕਹਿੰਦਾ ਕੌਣ ਆ? ਕਹਿੰਦਾ ਮੈਂ ਬੇੜੀਆਂ ਬਣਾਉਣੀਆਂ ਜਾਣਦਾ ਹੈ। ਕੋਈ ਗੱਲ ਨਹੀਂ, ਇਹਨਾਂ ਨੂੰ ਇੱਕ ਵਾਰੀ ਆਪਾਂ ਨੂੰ ਜੰਗਲ 'ਚ ਸੁੱਟ ਲੈਂਦੇ, ਆਪਾਂ ਮਿੰਟਾਂ 'ਚ ਬੇੜੀਆਂ ਕੱਟ ਦੇਣੀਆਂ, ਆਪਾਂ ਆਜ਼ਾਦ ਹੋ ਜਾਣਾ ਹੈ। ਉਹ ਕਹਿੰਦਾ ਅੱਛਾ। ਉਹ ਖੁਸ਼ ਹੋ ਗਿਆ। ਉਹਨਾਂ ਨੇ ਜਦੋਂ ਜੰਗਲ 'ਚ ਸੁੱਟਿਆ ਤੇ ਜਿਸ ਵੇਲੇ ਉਹ ਬੇੜੀਆਂ ਕੱਟਣ ਲੱਗਾ ਤੇ ਉਹ ਜ਼ਾਰੋ ਜ਼ਾਰ ਉੱਚੀ ਉੱਚੀ ਰੋਣ ਲੱਗ ਪਿਆ। ਕਹਿੰਦਾ ਰੋਂਦਾ ਕਿਉਂ ਆ? ਤੂੰ ਤਾਂ ਬੇੜੀ ਕੱਟ ਲੈਣੀ ਆ, ਤੂੰ ਤੇ ਕਹਿੰਦਾ ਮੈਂ ਜੰਜੀਰਾਂ ਕੱਟ ਸਕਦਾ ਹਾਂ, ਮੈਂ ਬੇੜੀਆਂ ਕੱਟ ਸਕਦਾ, ਕਿਉਂ ਰੋਂਦਾ ਹੈ? ਉਹ ਕਹਿੰਦਾ ਮੈਂ ਰੋਂਦਾ ਤਾਂ ਇਹ ਬੇੜੀ ਦੇ ਉੱਤੇ ਮੇਰੇ ਹੱਥ ਦੀ ਬਣੀ ਆ, ਇੱਥੇ ਮੋਹਰ ਲੱਗੀ ਆ, ਮੈਂ ਬਣਾਈ ਆ। ਮੇਰੀ ਬਣਾਈ ਹੋਈ ਬੇੜੀ ਨੂੰ ਮੈਂ ਵੀ ਨਹੀਂ ਕੱਟ ਸਕਦਾ। ਇਹ ਮੇਰੇ 'ਚ ਵੀ ਹੁਣ ਮੇਰੀ ਵੀ ਇੱਕ ਪਾਇਆ ਨਹੀਂ ਹੈਗੀ ਵੀ ਆਪਣੀ ਬਣਾਈ ਹੋਈ ਜੰਜੀਰ ਮੈਂ ਕੱਟ ਦੇਵਾਂ, ਕਿਉਂਕਿ ਇਹ ਜਿਹੜੀਆਂ ਔਗਣ ਐਸੀ ਜੰਜੀਰ ਆ, ਐਸੀ ਬੇੜੀ ਆ ਜਿਹੜੀ ਅਸੀਂ ਆਪੇ ਆਪਣੇ ਆਪ ਨੂੰ ਲਪੇਟ ਲੈਂਦੇ, ਜਿਹਦੇ 'ਚ ਅਸੀਂ ਆਪੇ ਆਪਣੇ ਆਪ ਨੂੰ ਬੰਨ ਲੈਂਦੇ ਆ। ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ, ਪਰ ਕੀ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਅਸੀਂ ਖੁਦ ਔਗਣ ਜਿਹੜੇ ਉਹ ਤਿਆਰ ਕਰਦੇ ਆ ਤੇ ਖੁਦ ਹੀ ਅਸੀਂ ਗੁਣ ਤਿਆਰ ਕਰਦੇ ਆ, ਪਰ ਜੇ ਔਗਣ ਤਿਆਰ ਕਰਦੇ ਕਰਦੇ ਔਗਣਾਂ ਦੀਆਂ ਬੇੜੀਆਂ ਆਪਣੇ ਅੰਦਰ ਪਾ ਲਈਆਂ ਨਾ ਤੇ ਫਿਰ ਅਸੀਂ ਵੀ ਇਹਨਾਂ ਤੋਂ ਨਿਕਲ ਨਹੀਂ ਸਕਦੇ। ਇਸ ਕਰਕੇ ਤਿਆਰ ਕੀ ਕਰੀਏ, ਪ੍ਰਗਟ ਕੀ ਕਰੀਏ? ਗੁਣ, ਜਿਹੜੇ ਅਸੀਂ 12 ਮਹੀਨਿਆਂ ਦੇ ਵਿੱਚ ਸਮਝਦੇ ਹਾਂ, ਕਿਉਂਕਿ ਗੁਣ ਜਿਹੜੇ ਨੇ ਇਹੋ ਹੀ ਅਸਲ ਮਿੱਤਰ ਨੇ। ਇਹਨਾਂ ਨੇ ਸਾਡੀ ਗਵਾਹੀ ਭਰਨੀ ਹੈ। ਗੁਣ ਹੀ ਇਸ ਤਰ੍ਹਾਂ ਦੇ ਮਿੱਤਰ ਨੇ, ਕਿਉਂਕਿ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੇ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗਣ ਚੱਲੀ। ਇਸ ਕਰਕੇ ਜਿਹੜੇ ਗੁਣ ਨੇ ਉਹ ਆਜ਼ਾਦ ਕਰਦੇ ਨੇ, ਜਿਹੜੇ ਔਗਣ ਨੇ ਉਹ ਗੁਲਾਮ ਬਣਾਉਂਦੇ ਨੇ। ਇਹ ਹੁਣ ਅਸੀਂ ਸੋਚਣਾ ਹੈ, ਅਸੀਂ ਆਪਣਾ ਜੀਵਨ ਬੰਧਨਾਂ ਵਾਲਾ ਜੀਣਾ ਹੈ, ਗੁਲਾਮਾਂ ਵਾਲਾ ਜੀਣਾ ਹੈ, ਜਾਂ ਅਸੀਂ ਆਪਣਾ ਜੀਵਨ ਆਜ਼ਾਦੀ ਵਾਲਾ ਜੀਣਾ ਹੈ। ਇਹ ਅਸੀਂ ਦੇਖਣਾ ਹੈ ਵੀ ਅਸੀਂ ਚੜ੍ਹਦੀ ਕਲਾ ਵਾਲਾ ਜੀਵਨ ਜਿਉਣਾ ਹੈ ਜਾਂ ਢਹਿੰਦੀ ਕਲਾ ਵਾਲਾ ਜੀਵਨ ਜੀਣਾ ਹੈ। ਅਸੀਂ ਆਨੰਦ 'ਚ ਰਹਿਣਾ ਹੈ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰਕੇ, ਜਾਂ ਸਦਾ ਅਸੀਂ ਐਵੇਂ ਬਸ ਗੁੱਸੇ ਗੁੱਸੇ ਸੜੇ ਸੜੇ ਬਣੇ ਰਹਿਣਾ ਹੈ ਔਗਣ ਇਕੱਠੇ ਕਰਕੇ। ਅਸੀਂ ਆਪਣਾ ਫੇਸ ਇਸ ਤਰ੍ਹਾਂ ਦਾ ਬਣਾ ਕੇ ਰੱਖਣਾ ਹੈ, ਉਹ ਤਾਂ ਬਣੂਗਾ ਜੇ ਗੁਣ ਹੋਣਗੇ। ਕਈ ਵਾਰੀ ਆਪਾਂ ਆਖਦੇ ਨਾ ਫਲਾਣਾ ਬੰਦਾ ਮਿਲਿਆ, ਮੇਰਾ ਦਿਨ ਬੜਾ ਹੀ ਵਧੀਆ ਲੰਘਿਆ, ਕਿਉਂਕਿ ਉਹਦੇ ਅੰਦਰ ਕੋਈ ਗੁਣ ਆ। ਤੇ ਕਈ ਵਾਰੀ ਅਸੀਂ ਕਹਿੰਦੇ ਪਤਾ ਨਹੀਂ ਇਹ ਮੇਰੇ ਮੱਥੇ ਲੱਗ ਗਿਆ, ਮੇਰਾ ਸਾਰਾ ਦਿਨ ਹੀ ਇੰਝ ਗਿਆ। ਕਿਉਂ? ਉਹ ਬੰਦੇ ਨੇ ਮੱਥੇ ਤੇ ਥੋੜੇ ਕੁਝ ਲਿਖਿਆ, ਉਹ ਹੁਣ ਜਿਹਨੇ ਹਰ ਵੇਲੇ ਅੰਦਰ ਔਗਣ ਇਕੱਠੇ ਕੀਤੇ ਆ, ਮੂੰਹ ਇਹੋ ਜਿਹਾ ਬਣਾਈ ਰੱਖਣਾ ਹੈ ਤੇ ਉਹ ਦੂਜੇ ਬੰਦੇ ਨੂੰ ਵੇਖ ਕੇ ਜਿਹੜੀਆਂ ਵਾਈਬ੍ਰੇਸ਼ਨ ਚੰਗੀਆਂ ਥੋੜੀ ਪਹੁੰਚਣੀਆਂ। ਇਸ ਕਰਕੇ ਆਪਣੇ ਅੰਦਰੋਂ ਗੁਣ ਪ੍ਰਗਟ ਕਰੀਏ, ਗੁਣਾਂ ਦੇ ਨਾਲ ਸਾਂਝ ਪਾਈਏ। ਅਸੀਂ ਜਿੰਨੇ ਵੀ ਮਹੀਨੇ ਪੜ੍ਹੇ ਨੇ ਉਹਨਾਂ ਸਾਰਿਆਂ ਮਹੀਨਿਆਂ ਦਾ ਨਿਚੋੜ ਮਹਾਰਾਜ ਨੇ ਇਹੋ ਹੀ ਲਿਆ ਕੇ ਕੱਢਿਆ ਹੈ
ਵੀ ਗੁਣਾਂ ਦੇ ਨਾਲ ਸਾਂਝ ਪਾਓ। ਗੁਣਾਂ ਦੇ ਨਾਲ ਸਾਂਝ ਪਾਵਾਂਗੇ ਤੇ ਸੁਰਖਰੂ ਹੋ ਕੇ ਜੀਵਾਂਗੇ। ਕੋਈ ਗਮ ਨਹੀਂ, ਸੁਰਖਰੂ ਹੋ ਕੇ ਜੀਵਾਂਗੇ। ਸੱਚੇ ਪਾਤਸ਼ਾਹ ਰਸਤੇ ਖੋਲਦੇ ਜਾਣਗੇ। ਔਗਣਾਂ ਦੇ ਨਾਲ ਸਾਂਝ ਪਾਵਾਂਗੇ, ਆਪਣੇ ਆਪ ਨੂੰ ਬੇੜੀਆਂ 'ਚ, ਆਪਣੇ ਆਪ ਨੂੰ ਜੰਜੀਰਾਂ 'ਚ ਆਪੇ ਹੀ ਜਕੜਦੇ ਜਾਵਾਂਗੇ ਤੇ ਫਿਰ ਉਹ ਜੰਜੀਰਾਂ ਅਸੀਂ ਤੋੜ ਨਾ ਸਕਾਂਗੇ, ਕਿਉਂਕਿ ਫਿਰ ਉਹਨਾਂ ਨਾਲ ਹੀ ਪਿਆਰ ਹੋ ਜਾਣਾ, ਫਿਰ ਔਗਣਾਂ ਨਾਲ ਹੀ ਪਿਆਰ ਹੋ ਜਾਣਾ। ਇਸ ਤੋਂ ਪਹਿਲੇ ਕਿ ਅਸੀਂ ਇੰਨੇ ਕੁ ਔਗਣ ਕਮਾ ਲਈਏ ਕਿ ਸਾਡੀਆਂ ਜੰਜੀਰਾਂ ਨਾ ਟੁੱਟਣ, ਅੱਜ ਵੀ ਵਾਪਸ ਮੁੜ ਆਈਏ। ਸੱਚੇ ਪਾਤਸ਼ਾਹ ਸਦਾ ਬਾਹਾਂ ਖੋਲ ਕੇ ਬੈਠੇ ਨੇ, ਸਦਾ ਬਾਹਾਂ ਖਿਲਾਰੀਆਂ ਨੇ ਉਹਨਾਂ ਨੇ। ਕੋਸ਼ਿਸ਼ ਕਰੀਏ ਆਪਣਾ ਜੀਵਨ ਸੁਧਾਰਨ ਦੀ। ਕੋਸ਼ਿਸ਼ ਕਰੀਏ, ਗੁਰਬਾਣੀ ਪੜ੍ਹਦੇ ਹਾਂ, ਇੱਧਰ ਉੱਧਰ ਦੀਆਂ ਗੱਲਾਂ ਕਰਨ ਨਾਲੋਂ ਗੁਰਬਾਣੀ ਪੜ੍ਹ ਕੇ ਅਰਥਾਂ ਸਮੇਤ ਪੜ੍ਹੀਏ ਤੇ ਜੋ ਅਰਥ ਸਮਝ ਲੱਗਦੇ ਨੇ ਉਹ ਇੱਕ ਦੂਜੇ ਨਾਲ ਸਾਂਝੇ ਕਰੀਏ, ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਗੁਣਵੰਤੀਆਂ ਬਣਾਈਏ। ਗੁਣਵੰਤੀਆਂ ਬਣਾਂਗੇ ਤੇ ਸਚਿਆਰਾ ਜੀਵਨ ਜੀਵਾਂਗੇ। ਅਗਲੇ ਹਫਤੇ ਰਿਜ਼ਲਟ ਜਿਹੜਾ ਸੱਚੇ ਪਾਤਸ਼ਾਹ ਨੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਉਹ ਰਿਜ਼ਲਟ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਉਸ ਰਿਜ਼ਲਟ ਦੇ ਨਾਲ ਸਮਾਪਤੀ ਕਰਾਂਗੇ 12 ਮਹੀਨਿਆਂ ਦੀ। ਤੇ ਫਿਰ ਆਪਾਂ ਸਮਝਾਂਗੇ, ਅੱਜ ਤੋਂ ਹੀ ਅਸੀਂ ਇਹ ਸੋਚਣਾ ਸ਼ੁਰੂ ਕਰ ਦਈਏ, ਸੱਚੇ ਪਾਤਸ਼ਾਹ ਮੇਰਾ ਜੀਵਨ ਬਣਾਈ ਤੇ ਬਸੰਤ ਬਣਾਈ। ਬਸ ਬਸੰਤ ਹੋਵੇ ਤਾਂ ਕਿ ਮੈਂ ਗੁਣਾਂ ਦੇ ਨਾਲ ਜੀਵਾਂ, ਗੁਣਾਂ ਨੂੰ ਹੀ ਆਪਣੇ ਗਲੇ ਦਾ ਹਾਰ ਬਣਾਵਾਂ, ਤਾਂ ਕਿ ਜਿਹੜਾ ਮੇਰੇ ਨਾਲ ਮਿਲੇ ਉਹ ਵੇਖ ਕੇ ਖੁਸ਼ ਹੋਵੇ ਕਿ ਕਿਸੇ ਗੁਣੀ ਬੰਦੇ ਨਾਲ ਮਿਲਿਆ ਹੈ। ਇਹ ਆਪਾਂ ਅਗਲੇ ਹਫਤੇ ਹੋਰ ਇਸ ਗੱਲ ਨੂੰ ਖੋਲ ਕੇ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਬਹੁਤ ਗਲਤੀਆਂ ਹੋਈਆਂ ਹੋਣਗੀਆਂ ਕਿਉਂਕਿ ਮੈਂ ਕੋਈ ਵਿਦਵਾਨ ਨਹੀਂ, ਸੋ ਭੁੱਲਾਂ ਚੁੱਕਾਂ ਦੀ ਖਿਮਾ। ਆਓ ਜੀ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।